my dear students. This is Kiran Matharu. How are you all? Hope you all are very fine. As you know, we have already finished our 2 chapters and 1 poem. And today we are going to start our 3rd chapter, How Daddy Decided What He Wanted to Be. Okay? So, are you ready? That's good. Okay. ਹਾਂਜੀ ਆ ਤੁਸੀਂ ਦੇਖੋ ਪਿਕਚਰ ਦਿਖ ਰਹੀ ਹੈ ਨਾ ਸਾਹਮਣੇ। ਇੱਥੇ ਕੀ ਹੈ, ਇੱਕ ਛੋਟਾ ਜਿਹਾ ਬੱਚਾ ਹੈ ਨਾ ਆਈਸਕ੍ਰੀਮ ਵਾਲੀ ਜਿਹੜੀ ਕਾਰਟ ਹੁੰਦੀ ਉਹ ਲੈ ਕੇ ਜਾ ਰਿਹਾ, ਤੇ ਉਹਦੇ ਨਾਲ ਨਾਲ ਹੋਰ ਬਹੁਤ ਪਿਕਚਰਸ ਵੀ ਹੈਗੀਆਂ ਉਹਦੇ ਆਲੇ ਦੁਆਲੇ ਹੈ ਨਾ। ਡੌਗ ਦੀ ਪਿਕਚਰ ਹੈ, ਇੱਕ ਸ਼ਿਪ, ਐਰੋਪਲੇਨ, ਇੱਕ ਕਾਰ ਹੈ, ਉਹਦੇ ਕੋਲ ਇੱਕ ਕੋਈ ਮਕੈਨਿਕ ਖੜਾ ਹੈ ਨਾ, ਤੇ ਇੱਧਰ ਇੱਕ ਛੋਟਾ ਉਹੀ ਬੱਚਾ ਤੇ ਉਹਦੇ ਫਾਦਰ ਨਾਲ ਖੜੇ ਹੈ ਨਾ। ਹਾਂਜੀ, ਜਿਹੜਾ ਹੁਣ ਆਪਾਂ ਇਹ ਚੈਪਟਰ ਰੀਡ ਕਰਨਾ ਨਾ, ਇਹਦੇ 'ਚ ਆਪਾਂ ਇਹ ਦੇਖਣਾ ਕਿ ਕਿਸ ਤਰ੍ਹਾਂ ਜਦੋਂ ਡੈਡੀ ਖੁਦ ਛੋਟੇ ਸੀ ਹੈ ਨਾ, ਛੋਟੇ ਬੱਚੇ ਸੀ ਉਹ, ਤੇ ਉਹ ਕਿਸ ਤਰ੍ਹਾਂ ਸੋਚਦੇ ਸੀ ਕਿ ਉਹਨਾਂ ਨੇ ਕੀ ਬਣਨਾ, ਵੱਡੇ ਹੋ ਕੇ ਕੀ ਬਣਨਾ ਉਹਨਾਂ ਨੇ। ਠੀਕ ਹੈ, ਆਪਣੇ ਨਾਲ ਵੀ ਹੁੰਦਾ ਨਾ, ਤੁਸੀਂ ਵੀ ਜਦੋਂ ਹੁਣ ਛੋਟੇ ਆ, ਤੁਸੀਂ ਜਦੋਂ ਵੀ ਤੁਹਾਡੇ ਪੇਰੈਂਟਸ ਪੁੱਛਦੇ ਤੁਹਾਨੂੰ ਵੀ ਤੂੰ ਵੱਡਾ ਹੋ ਕੇ ਕੀ ਬਣੇਗਾ ਹੈ ਨਾ, ਕਈ ਵਾਰੀ ਤੁਸੀਂ ਕੁਛ ਹੋਰ ਕਹਿ ਦਿੰਦੇ ਆ, ਕਈ ਵਾਰੀ ਜਵਾਬ ਤੁਹਾਡਾ ਫਿਰ ਕਦੀ ਬਦਲ ਜਾਂਦਾ, ਕੁਛ ਹੋਰ ਬੋਲ ਦਿੰਦੇ ਆ ਹੈ ਨਾ। ਚੇਂਜ ਹੁੰਦਾ ਰਹਿੰਦਾ ਆਪਣਾ ਮਾਈਂਡ ਹੈ ਨਾ। ਕਦੀ ਮਤਲਬ ਆਪਾਂ ਨੂੰ ਕੋਈ ਹੋਰ ਚੀਜ਼ ਵਧੀਆ ਲੱਗਦੀ ਵੀ ਮੈਂ ਤਾਂ ਆਹ ਬਣਨਾ ਵੱਡਾ ਹੋ ਕੇ ਹੈ ਨਾ। ਕਈ ਵਾਰੀ ਕੋਈ ਹੋਰ ਕਿਸੇ ਚੀਜ਼ ਤੋਂ ਇੰਪ੍ਰੈਸ ਹੋ ਜਾਂਦੇ, ਫਿਰ ਆਪਾਂ ਕਹਿ ਦਿੰਦੇ ਨਹੀਂ ਮੈਂ ਤਾਂ ਆਹ ਹੀ ਬਣੂੰਗਾ ਵੱਡਾ ਹੋ ਕੇ ਹੈ ਨਾ। ਇਸੇ ਤਰ੍ਹਾਂ ਦੀ ਇਹ ਸਟੋਰੀ ਆ, ਇਹ ਡੈਡੀ ਦੀ ਮਤਲਬ ਛੋਟੇ ਹੁੰਦੇ ਵਾਲੀ ਸਟੋਰੀ ਆ ਵੀ ਉਹ ਕਿਸ ਤਰੀਕੇ ਨਾਲ ਸੋਚਦਾ ਸੀ ਹੈ ਨਾ। ਚਲੋ ਬਹੁਤ ਵਧੀਆ ਸਟੋਰੀ ਆ, ਚਲੋ ਆਪਾਂ ਦੇਖਦੇ ਹਾਂ। ਹਾਂਜੀ, when daddy was a little boy, ਜਦੋਂ ਡੈਡੀ ਇੱਕ ਛੋਟਾ ਲੜਕਾ ਸੀ, he was often asked what do you want to be when you grow up। ਕਹਿੰਦੇ ਜਦੋਂ ਡੈਡੀ ਆਪ ਛੋਟੇ ਲੜਕੇ ਸੀ, ਉਹਨਾਂ ਤੋਂ ਅਕਸਰ ਪੁੱਛਿਆ ਜਾਂਦਾ ਸੀ ਵੀ ਤੂੰ ਵੱਡਾ ਹੋ ਕੇ ਕੀ ਬਣੇਗਾ ਹੈ ਨਾ। grow up means ਜਦੋਂ ਵੱਡਾ ਹੋ ਗਿਆ, ਬਾਲਗ ਹੋ ਗਿਆ, ਤਾਂ ਕੀ ਬਣੇਗਾ ਤੂੰ। ਡੈਡੀ always had an answer ready, ਤੇ ਡੈਡੀ ਦੇ ਕੋਲ ਵੀ ਹਮੇਸ਼ਾ ਹੀ ਜਵਾਬ ਜਿਹੜਾ ਉਹ ਤਿਆਰ ਹੀ ਹੁੰਦਾ ਸੀ। ਬਟ ਈਚ ਟਾਈਮ ਹਿਜ਼ ਆਨਸਰ ਵਾਜ਼ ਡਿਫਰੈਂਟ, ਪਰ ਹਰ ਵਾਰੀ ਜਿਹੜਾ ਉਹਦਾ ਜਵਾਬ ਸੀ ਨਾ ਉਹ ਅਲੱਗ ਹੁੰਦਾ ਸੀ। ਕਈ ਵਾਰੀ ਕੁਛ ਹੋਰ ਕਹਿ ਦਿੰਦਾ ਸੀ, ਕਦੀ ਦੂਸਰੀ ਵਾਰੀ ਫਿਰ ਕੁਛ ਹੋਰ ਬੋਲ ਦਿੰਦਾ ਸੀ। ਐਟ ਫਸਟ ਹੀ ਵੁੱਡ ਸੇ ਹੀ ਵਾਂਟਡ ਟੂ ਬੀ ਅ ਨਾਈਟ ਵਾਚਮੈਨ। ਕਹਿੰਦਾ ਸਭ ਤੋਂ ਪਹਿਲਾਂ ਜਦੋਂ ਉਹਨੂੰ ਇਹ ਗੱਲ ਪੁੱਛੀ ਵੀ ਤੂੰ ਕੀ ਬਣਨਾ ਵੱਡਾ ਹੋ ਕੇ ਹੈ ਨਾ, ਤੇ ਉਹ ਕਹਿੰਦਾ ਕਿ ਮੈਂ ਤਾਂ ਵੱਡਾ ਹੋ ਕੇ ਨਾ ਚੌਂਕੀਦਾਰ ਬਣੂ, ਰਾਤ ਨੂੰ ਜਿਹੜੀ ਚੌਂਕੀਦਾਰੀ ਕਰਦੇ ਹੁੰਦੇ, ਕਹਿੰਦਾ ਮੈਂ ਤਾਂ ਨਾਈਟ ਵਾਚਮੈਨ ਬਣਨਾ। He liked to think that while the whole town slept, the night watchman could walk about and make noises। ਤੇ ਉਹਨੂੰ ਕੀ ਲੱਗਦਾ ਸੀ, ਮਤਲਬ ਉਹਨੂੰ ਇਹ ਚੀਜ਼ ਸੋਚ ਕੇ ਵਧੀਆ ਲੱਗਦੀ ਹੁੰਦੀ ਸੀ ਵੀ ਜਦੋਂ ਸਾਰਾ ਸ਼ਹਿਰ ਸੋ ਜਾਂਦਾ ਹੈ ਨਾ, ਤੇ ਇਕੱਲਾ ਨਾਈਟ ਵਾਚਮੈਨ ਜਿਹੜਾ ਹੁੰਦਾ ਰਾਤ ਨੂੰ ਚੌਂਕੀਦਾਰੀ ਕਰਦਾ, ਕਹਿੰਦਾ ਉਹ ਜੋ ਮਰਜ਼ੀ ਕਰ ਸਕਦਾ ਹੁੰਦਾ ਹੈ ਨਾ, ਕਦੀ ਜਿੱਧਰ ਮਰਜ਼ੀ ਆ ਜਾ ਸਕਦਾ ਹੁੰਦਾ ਤੇ ਸ਼ੋਰ ਸ਼ਰਾਬਾ ਕਰ ਸਕਦਾ ਹੁੰਦਾ ਹੈ ਨਾ, ਜਿੱਦਾਂ ਦੀਆਂ ਮਰਜ਼ੀ ਆਵਾਜ਼ਾਂ ਕੱਢ ਸਕਦਾ ਜਦੋਂ ਬਾਕੀ ਸਾਰੇ ਲੋਕ ਸੁੱਤੇ ਪਏ ਆ। He was quite certain he wanted to be a night watchman when he grew up। ਤੇ ਉਹਨੂੰ ਪੂਰਾ ਯਕੀਨ ਵੀ ਸੀਗਾ ਹੈ ਨਾ, ਕਹਿੰਦਾ ਕਿ ਜਦੋਂ ਮੈਂ ਵੱਡਾ ਹੋ ਗਿਆ ਤੇ ਉਹਨੇ ਉਹੀ ਨਾਈਟ ਵਾਚਮੈਨ ਹੀ ਬਣਨਾ, ਉਹਨੂੰ ਇਸ ਗੱਲ ਦਾ ਯਕੀਨ ਸੀ। But then he thought of the ice cream man who came along daily with his bright green cart। ਪਰ ਫਿਰ ਉਹਨੇ ਇੱਕ ਵਾਰੀ ਉਹਦੇ ਦਿਮਾਗ 'ਚ ਆਈ ਗੱਲ ਹੈ ਨਾ, ਉਹਨੇ ਇਹ ਗੱਲ ਸੋਚੀ ਕਿ ਕਿਉਂ ਨਾ ਮੈਂ ਆਈਸ ਕ੍ਰੀਮ ਮੈਨ ਹੀ ਬਣ ਜਾਵਾਂ, ਕਿਉਂਕਿ ਆਈਸਕ੍ਰੀਮ ਮੈਨ ਰੋਜ਼ ਆਉਂਦਾ ਹੁੰਦਾ ਸੀਗਾ ਆਪਣੇ, ਉਹਦੇ ਕੋਲ ਚਮਕੀਲੀ ਗ੍ਰੀਨ ਕਲਰ ਦੀ ਕਾਰਟ ਸੀ। ਠੀਕ ਹੈ, ਉਹਦੇ ਕੋਲ ਇੱਕ ਠੇਲਾ ਸੀ ਹੈ ਨਾ, ਜਿਹਦੇ ਵਿੱਚ ਉਹਨੇ ਆਈਸਕ੍ਰੀਮਸ ਰੱਖੀਆਂ ਹੁੰਦੀਆਂ ਸੀ, ਉਹ ਲੈ ਕੇ ਆਉਂਦਾ ਹੁੰਦਾ ਸੀ ਉਹ। ਤੇ ਉਹਨੇ ਵੀ ਆਪ ਵੀ ਉਹ ਕਹਿਣ ਲੱਗੇ, ਕਹਿੰਦਾ ਮੈਂ ਤਾਂ ਆਈਸਕ੍ਰੀਮ ਮੈਨ ਹੀ ਬਣ ਜਾਊਗਾ। ਇਫ ਹੀ ਬਿਕੇਮ ਐਨ ਆਈਸਕ੍ਰੀਮ ਮੈਨ ਹੀ ਕੁਡ ਹੈਵ ਅ ਕਾਰਟ ਐਂਡ ਈਟ ਆਲ ਦਾ ਆਈਸਕ੍ਰੀਮ ਹੀ ਵਾਂਟਡ ਟੂ। ਤੇ ਉਹ ਕੀ ਸੋਚਦਾ ਸੀ, ਕਹਿੰਦਾ ਜੇ ਮੈਂ ਵੀ ਵੱਡਾ ਹੋ ਕੇ ਆਈਸਕ੍ਰੀਮ ਮੈਨ ਬਣ ਗਿਆ, ਕਹਿੰਦਾ ਮੈਂ ਵੀ ਇਸ ਤਰ੍ਹਾਂ ਹੀ ਕਰੂੰਗਾ ਵੀ ਮੈਂ ਨਾ ਇਸ ਤਰ੍ਹਾਂ ਦੀ ਇੱਕ ਕਾਰਟ ਲੈ ਲੂੰਗਾ, ਇਸੇ ਤਰ੍ਹਾਂ ਦੀ ਇੱਕ ਗੱਡੀ ਲੈ ਲੂੰਗਾ, ਰੇੜਾ ਲੈ ਲੂੰਗਾ ਹੈ ਨਾ, ਠੇਲਾ ਟਾਈਪ। ਤੇ ਕਹਿੰਦਾ ਫਿਰ ਮੈਂ ਕੀ ਕਰ ਸਕਦਾ, ਕਹਿੰਦਾ ਮੈਂ ਆਪ ਹੀ ਸਾਰੀਆਂ ਆਈਸਕ੍ਰੀਮ ਵੀ ਖਾ ਜਾ ਕਰੂੰਗਾ ਹੈ ਨਾ, ਕਿਉਂਕਿ ਬੱਚਿਆਂ ਨੂੰ ਵਧੀਆ ਲੱਗਦੀ ਹੈ ਨਾ ਆਈਸਕ੍ਰੀਮ, ਤੇ ਉਹ ਵੀ ਇਹੀ ਸੋਚਦਾ, ਕਹਿੰਦਾ ਮੈਂ ਤਾਂ ਫਿਰ ਸਾਰੀਆਂ ਆਪ ਖਾ ਲਿਆ ਕਰੂੰਗਾ। ਸੋ ਲਿਟਲ ਡੈਡੀ ਡਿਸਾਈਡਡ ਟੂ ਬੀ ਐਨ ਆਈਸਕ੍ਰੀਮ ਮੈਨ। ਚਲੋ ਉਸ ਤੋਂ ਬਾਅਦ ਫਿਰ ਉਹਨੇ ਸੋਚਿਆ, ਕਹਿੰਦਾ ਚੱਲ ਹੁਣ ਤਾਂ ਮੈਂ, ਛੋਟੇ ਡੈਡੀ ਨੇ ਸੋਚਿਆ, ਠੀਕ ਹੈ, ਉਹਨੇ ਫੈਸਲਾ ਕੀਤਾ, ਕਹਿੰਦਾ ਮੈਂ ਤਾਂ ਆਈਸਕ੍ਰੀਮ ਮੈਨ ਹੀ ਬਣ ਜਾਣਾ। Little Daddy's parents were surprised to hear that their son wanted to be an ice cream man। ਹੁਣ ਜਿਹੜੇ ਛੋਟੇ ਡੈਡੀ ਦੇ ਪੇਰੈਂਟਸ ਸੀ ਉਸ ਟਾਈਮ, ਉਹਦੇ ਮਾਂ-ਬਾਪ ਸੀ, ਉਹ ਬੜੇ ਹੈਰਾਨ ਹੋਏ ਇਹ ਗੱਲ ਸੁਣ ਕੇ ਵੀ ਉਹਨਾਂ ਦਾ ਪੁੱਤਰ ਵੱਡਾ ਹੋ ਕੇ ਆਈਸਕ੍ਰੀਮ ਮੈਨ ਬਣਨਾ ਚਾਹੁੰਦਾ ਹੈ ਨਾ।
ਦੇ ਥੋਟ ਹੀ ਵਾਜ਼ ਓਨਲੀ ਟਰਾਈਂਗ ਟੂ ਬੀ ਫਨੀ। ਤੇ ਉਹਨਾਂ ਨੇ ਇਹ ਗੱਲ ਸੋਚੀ, ਉਹ ਕਹਿੰਦੇ ਇਹ ਤਾਂ ਵੈਸੇ ਹੀ ਮਜ਼ਾਕ ਹੀ ਕਰੀ ਜਾਂਦਾ, ਮਜ਼ਾਕ ਕਰਨ ਦੀ ਕੋਸ਼ਿਸ਼ ਕਰੀ ਜਾਂਦਾ ਇਹ। ਬਟ ਲਿਟਲ ਡੈਡੀ ਸੀਰੀਅਸਲੀ ਥੋਟ ਇਟ ਵੁੱਡ ਬੀ ਅ ਵੈਰੀ ਟੇਸਟੀ ਵੇ ਆਫ ਲਾਈਫ ਵੈਨ ਹੀ ਗ੍ਰਿਊ ਅਪ। ਪਰ ਜਿਹੜਾ ਉਹ ਛੋਟਾ ਡੈਡੀ ਸੀ ਉਹ ਇਸ ਗੱਲ ਦੇ ਲਈ ਗੰਭੀਰ ਸੀਗਾ, ਹੈ ਨਾ, ਸੀਰੀਅਸ ਸੀ। ਉਹ ਕਹਿੰਦਾ ਕਿ ਇਸ ਤਰੀਕੇ ਦੇ ਨਾਲ ਵੱਡੇ ਹੋ ਕੇ ਜਿਹੜੀ ਜ਼ਿੰਦਗੀ ਆ ਉਹ ਵੀ ਬੜੀ ਮਜ਼ੇਦਾਰੀ ਹੋਵੇਗੀ, ਹੈ ਨਾ। ਦੈਨ ਵਨ ਡੇ ਲਿਟਲ ਡੈਡੀ ਸਾ ਅ ਮੈਨ ਵੇਅਰਿੰਗ ਅ ਬਲੂ ਯੂਨੀਫਾਰਮ ਐਟ ਐਨ ਆਟੋ ਵਰਕਸ਼ਾਪ। ਤੇ ਇੱਕ ਦਿਨ ਕੀ ਹੋਇਆ ਫਿਰ, ਜਿਹੜਾ ਛੋਟਾ ਡੈਡੀ ਸੀ ਨਾ, ਜੋ ਛੋਟਾ ਹੁੰਦਾ ਸੀ ਉਹਨੇ ਇੱਕ ਬਲੂ ਕਲਰ ਦੀ ਯੂਨੀਫਾਰਮ ਦੇ ਵਿੱਚ ਇੱਕ ਪਰਸਨ ਦੇਖਿਆ, ਇੱਕ ਉਹਨੂੰ ਮਿਲਿਆ ਕੋਈ, ਹੈ ਨਾ, ਮੈਨ ਮਿਲਿਆ, ਉਹਨੇ ਬਲੂ ਕਲਰ ਦੀ ਯੂਨੀਫਾਰਮ ਪਾਈ ਹੁੰਦੀ ਆ ਤੇ ਉਹ ਵਰਕਸ਼ਾਪ ਦੇ ਉੱਪਰ ਹੁੰਦਾ। ਆਟੋ ਵਰਕਸ਼ਾਪ ਦਾ ਮਤਲਬ ਜਿੱਥੇ ਕਾਰਾਂ ਵਗੈਰਾ ਹੁੰਦੀਆਂ, ਹੈ ਨਾ, ਉੱਥੇ ਰਿਪੇਅਰ ਹੁੰਦੀ ਹੈ ਨਾ, ਉੱਥੇ ਉਹ ਮਿਲਿਆ ਉਹਨੂੰ ਇੱਕ। ਦ ਮੈਨ ਵਾਜ਼ ਪਲੇਇੰਗ ਵਿਦ ਆਲ ਸੋਰਟਸ ਆਫ ਕਾਰ। ਤੇ ਉਹ ਆਦਮੀ ਨਾ ਸਾਰੇ ਤਰ੍ਹਾਂ ਦੀਆਂ ਅਲੱਗ-ਅਲੱਗ ਤਰ੍ਹਾਂ ਦੀਆਂ ਕਾਰਾਂ ਨਾਲ ਇੱਕ ਤਰ੍ਹਾਂ ਖੇਡ ਰਿਹਾ ਸੀ। ਬਟ ਦੋਜ਼ ਵਰ ਰੀਅਲ ਕਾਰਸ ਨੋਟ ਟੋਇਜ਼। ਪਰ ਉਹ ਕਾਰਾਂ ਜਿਹੜੀਆਂ ਸੀ ਉਹ ਨਕਲੀ ਨਹੀਂ ਸੀਗੀਆਂ, ਹੈ ਨਾ, ਖਿਡੌਣੇ ਨਹੀਂ ਸੀ, ਉਹ ਅਸਲੀ ਕਾਰਾਂ ਸੀ। ਦ ਮੈਨ ਵੁੱਡ ਕ੍ਰਾਲ ਅੰਡਰ ਦ ਕਾਰਸ ਪਲੇਇੰਗ ਦੇਅਰ ਅ ਸਟ੍ਰੇਂਜ ਗੇਮ। ਉਹਨੇ ਦੇਖਿਆ, ਬੱਚਾ ਸੀ ਨਾ ਹੁਣ ਉਹ ਤਾਂ ਆਪ ਤਾਂ, ਉਹਨੇ ਦੇਖਿਆ, ਕਹਿੰਦਾ ਇਹ ਆਦਮੀ ਕੀ ਕਰ ਰਿਹਾ, ਕਾਰਾਂ ਦੇ ਨੀਚੇ ਕਦੀ ਤਾਂ ਰਿੰਗਣ ਲੱਗ ਜਾਂਦਾ। ਕ੍ਰੋਲਿੰਗ ਮੀਨਸ ਵੀ ਆਪਣੇ ਪੇਟ ਦੇ ਸਹਾਰੇ ਨੀਚੇ, ਹੈ ਨਾ, ਉਲਟਾ ਪੈ ਕੇ ਤੇ ਨੀਚੇ ਮਤਲਬ ਕੋਈ ਕੰਮ ਕਰਨਾ। ਜਿਸ ਤਰ੍ਹਾਂ ਆਪਾਂ ਕ੍ਰੋਲਿੰਗ ਕਹਿ ਦਿੰਦੇ, ਸੱਪ ਜਦੋਂ ਚੱਲਦਾ ਹੈ ਨਾ, ਆਪਾਂ ਉਹਨੂੰ ਕਹਿ ਦਿੰਦੇ ਕ੍ਰੋਲਿੰਗ, ਠੀਕ ਹੈ, ਰੇਂਗਦਾ ਉਹ। ਇਸ ਤਰੀਕੇ ਨਾਲ ਉਹ ਦੇਖਦਾ, ਕਹਿੰਦਾ ਇਹ ਆਦਮੀ ਕੀ ਕਰ ਰਿਹਾ, ਕਾਰਾਂ ਦੇ ਨੀਚੇ ਰੇਂਗਦਾ ਆ, ਹੈ ਨਾ। ਤੇ ਉੱਥੇ ਥੱਲੇ ਕੋਈ ਇਸ ਤਰ੍ਹਾਂ ਲੱਗਦਾ ਵੀ ਇਹ ਤਾਂ ਕੋਈ ਅਜੀਬ ਜਿਹੀ ਕੋਈ ਖੇਡ ਹੀ ਖੇਡੀ ਜਾਂਦਾ ਕਾਰਾਂ ਦੇ ਨੀਚੇ ਵੜ ਕੇ, ਹੈ ਨਾ। ਹੂਜ਼ ਦੈਟ ਮੈਨ ਲਿਟਲ ਡੈਡੀ ਆਸਕਡ। ਤੇ ਫਿਰ ਛੋਟੇ ਡੈਡੀ ਨੇ ਪੁੱਛਿਆ, ਕਹਿੰਦਾ ਇਹ ਆਦਮੀ ਕੌਣ ਆ। ਹੀ ਇਜ਼ ਅ ਕਾਰ ਮਕੈਨਿਕ ਸੈਡ ਵਨ ਆਫ ਦ ਵਰਕਰਸ। ਤੇ ਜਿਹੜੇ ਉੱਥੇ ਕੰਮ ਕਰਨ ਵਾਲੇ ਵਰਕਰ ਸੀ, ਹੈ ਨਾ, ਉਹਨਾਂ ਦੇ ਵਿੱਚੋਂ ਇੱਕ ਨੇ ਦੱਸਿਆ, ਕਹਿੰਦਾ ਇਹ ਵੀ ਕਾਰ ਮਕੈਨਿਕ ਆ, ਇਹ ਕਾਰਾਂ ਨੂੰ ਠੀਕ ਕਰਨ ਵਾਲਾ ਆ, ਹੈ ਨਾ। ਨਾਓ ਲਿਟਲ ਡੈਡੀ ਸੈਡ ਹੀ ਵੁੱਡ ਬੀ ਅ ਕਾਰ ਮਕੈਨਿਕ। ਹੁਣ ਉਹਨੇ ਕੀ ਸੋਚ ਲਿਆ ਫਿਰ, ਹੈ ਨਾ, ਲਿਟਲ ਡੈਡੀ ਨੇ, ਛੋਟੇ ਡੈਡੀ ਨੇ, ਕਹਿੰਦਾ ਠੀਕ ਹੈ ਫਿਰ ਮੈਂ ਤਾਂ ਕਾਰ ਮਕੈਨਿਕ ਹੀ ਬਣ ਜੂ। ਹੀ ਵੁੱਡ ਪਲੇ ਆਲ ਦ ਟਾਈਮ ਵਿਦ ਕਾਰਸ, ਹੈ ਨਾ, ਕਹਿੰਦਾ ਫਿਰ ਕੀ ਉਹ ਸਾਰੇ ਮਤਲਬ ਸਾਰਾ ਟਾਈਮ ਹੀ ਕਾਰਾਂ ਨਾਲ ਹੀ ਖੇਡ ਸਕਦਾ, ਹੈ ਨਾ। ਦੇਅਰ ਕੁਡ ਬੀ ਨਥਿੰਗ ਇਨ ਦ ਵਰਲਡ ਮੋਰ ਇੰਟਰਸਟਿੰਗ। ਤੇ ਕਹਿੰਦਾ ਫਿਰ ਤਾਂ ਇਦੋਂ ਵੱਧ ਦੁਨੀਆ 'ਚ ਕੋਈ ਹੋਰ ਇੰਨੀ ਇੰਟਰਸਟਿੰਗ ਚੀਜ਼, ਇੰਨੀ ਦਿਲਚਸਪ ਚੀਜ਼ ਹੋਰ ਹੈ ਹੀ ਨਹੀਂ, ਹੈ ਨਾ। ਨਥਿੰਗ ਟਰੂਲੀ, ਕਹਿੰਦਾ ਸਹੀ ਗੱਲ ਹੈ ਇਹ ਤਾਂ, ਵੀ ਹੈ ਹੀ ਨਹੀਂ ਹੋਰ ਕੋਈ ਇਦੋਂ ਵਧੀਆ ਕੰਮ ਤਾਂ। ਵੈਨ ਡੈਡੀ ਸੈਡ ਹੀ ਵੁੱਡ ਬੀ ਅ ਕਾਰ ਮਕੈਨਿਕ ਸਮਵਨ ਆਸਕਡ ਹਿਮ। ਹਾਂਜੀ, ਜਦੋਂ ਡੈਡੀ ਨੇ ਕਿਹਾ ਵੀ ਮੈਂ ਕਾਰ ਮਕੈਨਿਕ ਬਣਨਾ, ਹੈ ਨਾ, ਠੀਕ ਹੈ, ਫਿਰ ਉਹਨੂੰ ਕਿਸੇ ਨੇ ਪੁੱਛਿਆ ਦੁਬਾਰਾ, ਹੈ ਨਾ, ਕਹਿੰਦਾ ਬਟ ਵਟ ਅਬਾਊਟ ਦ ਆਈਸਕ੍ਰੀਮ ਮੈਨ। ਕਹਿੰਦਾ ਫਿਰ ਜੇ ਤੂੰ ਹੁਣ ਕਾਰ ਮਕੈਨਿਕ ਹੀ ਬਣ ਗਿਆ, ਕਹਿੰਦਾ ਫਿਰ ਆਈਸਕ੍ਰੀਮ ਮੈਨ ਕੌਣ ਬਣੂ, ਹੈ ਨਾ, ਆਈਸਕ੍ਰੀਮ ਮੈਨ ਦਾ ਕੀ ਬਣੂ ਫਿਰ, ਉਹਦੇ ਬਾਰੇ ਦੱਸ। ਦੈਟ ਵਾਜ਼ ਅ ਪ੍ਰੋਬਲਮ ਇਨਡੀਡ। ਕਹਿੰਦਾ ਹਾਂ ਇਹ ਤਾਂ ਸੱਚੀ ਇੱਕ ਸਮੱਸਿਆ ਸੀਗੀ। ਡੈਡੀ ਹੈਡ ਡਿਸਾਈਡਡ ਟੂ ਬਿਕਮ ਅ ਕਾਰ ਮਕੈਨਿਕ ਬਟ ਹੀ ਡਿਡ ਨਾਟ ਵਾਂਟ ਟੂ ਗਿਵ ਅਪ ਦ ਬ੍ਰਾਈਟ ਗ੍ਰੀਨ ਆਈਸਕ੍ਰੀਮ ਕਾਰਟ ਆਲਸੋ। ਤੇ ਹੁਣ ਜਿਹੜਾ ਡੈਡੀ ਸੀ, ਹੈ ਨਾ, ਉਹ ਡਿਸਾਈਡ ਉਹਨੇ ਜਦੋਂ ਕਰ ਲਿਆ ਵੀ ਮੈਂ ਤਾਂ ਕਾਰ ਮਕੈਨਿਕ ਬਣਨਾ, ਉਹਨੇ ਇਹ ਡਿਸਾਈਡ ਕਰ ਲਿਆ, ਉਹਨੇ ਫੈਸਲਾ ਕਰ ਲਿਆ। ਤੇ ਕਹਿੰਦਾ ਪਰ ਨਾਲ ਹੀ ਉਹ ਜਿਹੜੇ ਗ੍ਰੀਨ ਕਲਰ ਦੀ ਕਾਰਟ ਸੀਗੀ, ਹੈ ਨਾ, ਆਈਸਕ੍ਰੀਮ ਵਾਲੀ, ਉਹ ਵੀ ਨਹੀਂ ਸੀ ਛੱਡਣਾ ਚਾਹੁੰਦਾ ਵੀ ਮੈਂ ਤਾਂ ਉਹ ਵੀ ਬਣਨਾ ਆ। ਸੂਨ ਹੀ ਫਾਊਂਡ ਅ ਵੇ ਆਊਟ। ਫਿਰ ਛੇਤੀ ਉਹਨੇ ਇਹਦਾ ਇੱਕ ਹੱਲ ਵੀ ਲੱਭ ਲਿਆ ਆਪ ਹੀ, ਵੀ ਮੈਂ ਕਿਸ ਤਰ੍ਹਾਂ ਆਈਸਕ੍ਰੀਮ ਮੈਨ ਵੀ ਬਣ ਸਕਦਾ ਤੇ ਕਾਰ ਮਕੈਨਿਕ ਵੀ ਕਿਸ ਤਰ੍ਹਾਂ ਬਣ ਸਕਦਾ। ਆਈ ਵਿਲ ਬੀ ਅ ਕਾਰ ਮਕੈਨਿਕ ਐਂਡ ਐਨ ਆਈਸਕ੍ਰੀਮ ਮੈਨ। ਕਹਿੰਦਾ ਮੈਂ ਕਾਰ ਮਕੈਨਿਕ ਵੀ ਬਣਾਂਗਾ ਤੇ ਆਈਸਕ੍ਰੀਮ ਮੈਨ ਦੋਨੇ ਬਣ ਜਾਊਗਾ। ਐਵਰੀਵਨ ਵਾਜ਼ ਸਰਪ੍ਰਾਈਜ਼ਡ। ਉਹਦੀ ਇਹ ਗੱਲ ਜਦੋਂ ਉਹਨੇ ਕਹੀ ਵੀ ਮੈਂ ਤਾਂ ਦੋਨੇ ਬਣ ਜੂ, ਹੈ ਨਾ, ਫਿਰ ਸਾਰੇ ਹੈਰਾਨ ਸੀ ਉਹਦੀ ਗੱਲ ਸੁਣ ਕੇ। ਬਟ ਲਿਟਲ ਡੈਡੀ ਸੈਡ ਦੈਟ ਵੋਂਟ ਬੀ ਹਾਰਡ ਐਟ ਆਲ। ਫਿਰ ਉਹ ਛੋਟੇ ਡੈਡੀ ਨੇ ਕੀ ਕਿਹਾ, ਕਹਿੰਦਾ ਕੋਈ ਇੰਨੇ ਮੁਸ਼ਕਿਲ ਕੰਮ ਨਹੀਂ ਹੈਗਾ, ਇਹ ਹੋ ਸਕਦਾ ਆ। ਫਿਰ ਉਹਨੇ ਅੱਗੇ ਦੇਖੋ ਕੀ ਕਿਹਾ, I will sell ice cream for some time in the morning। ਕਹਿੰਦਾ ਮੈਂ ਕੀ ਕਰਾਂਗਾ ਵੀ ਸਵੇਰੇ ਸਵੇਰੇ ਤਾਂ ਮੈਂ ਆਈਸਕ੍ਰੀਮ ਵੇਚਿਆ ਕਰੂੰ ਜਾ ਕੇ। Then I'll go to the auto workshop। ਕਹਿੰਦਾ ਫਿਰ ਮੈਂ ਵਰਕਸ਼ਾਪ ਚਲੇ ਜਾਇਆ ਕਰੂੰਗਾ, ਹੈ ਨਾ। There I will work with cars for some time and again go to sell more of ice cream। ਕਹਿੰਦਾ ਫਿਰ ਮੈਂ ਉੱਥੇ ਕੀ ਕਰੂੰਗਾ, ਉੱਥੇ ਜਾ ਕੇ ਥੋੜ੍ਹਾ ਟਾਈਮ ਕਾਰਾਂ ਦੇ ਨਾਲ ਕਾਰਾਂ ਦਾ ਕੰਮ ਕਰੂੰਗਾ ਤੇ ਫਿਰ ਦੁਬਾਰਾ ਜਾ ਕੇ ਉੱਥੋਂ ਫਿਰ ਆਈਸਕ੍ਰੀਮਾਂ ਵੇਚਿਆ ਕਰੂੰਗਾ। In the afternoon I'll again go back to the workshop। ਕਹਿੰਦਾ ਤੇ ਫਿਰ ਦੁਪਹਿਰ ਤੋਂ ਬਾਅਦ ਮੈਂ ਫਿਰ ਦੁਬਾਰਾ ਵਰਕਸ਼ਾਪ ਚਲੇ ਜਾਇਆ ਕਰੂੰਗਾ। Later I will go to sell more of ice cream। ਕਹਿੰਦਾ ਉਦੋਂ ਬਾਅਦ ਫਿਰ ਮੈਂ ਆਈਸਕ੍ਰੀਮ ਵੇਚਣ ਚਲਾ ਜਾਇਆ ਕਰੂੰਗਾ। I will park my green cart outside the workshop while I am working inside।
ਕਹਿੰਦਾ ਮੈਂ ਇਸ ਤਰ੍ਹਾਂ ਵੀ ਕਰ ਸਕਦਾ ਵੀ ਜਦੋਂ ਮੈਂ ਉੱਥੇ ਜਾ ਕੇ ਵਰਕਸ਼ਾਪ ਦੇ ਅੰਦਰ ਕੰਮ ਕਰਨਾ ਤਾਂ ਮੈਂ ਤਾਂ ਉੱਥੇ ਬਾਹਰ ਹੀ ਆਪਣੀ ਜਿਹੜੀ ਉਹ ਮੇਰੀ ਰੇਹੜੀ ਹੋਇਆ ਕਰੂਗੀ ਹੈ ਨਾ ਆਈਸਕ੍ਰੀਮਸ ਵਾਲੀ, ਕਹਿੰਦਾ ਉਹ ਵੀ ਮੈਂ ਬਾਹਰ ਹੀ ਖੜੀ ਕਰਕੇ ਚਲਾ ਜਾਇਆ ਕਰੂੰਗਾ, ਅੰਦਰ ਜਾ ਕੇ ਮੈਂ ਆਪਣਾ ਕੰਮ ਕਰ ਲਿਆ ਕरूँ, ਹੈ ਨਾ। ਇਸ ਤਰੀਕੇ ਨਾਲ ਮਤਲਬ ਉਹ ਪਲਾਨ ਕਰ ਲੈਂਦਾ ਵੀ ਮੈਂ ਦੋਨੇ ਕੰਮ ਕਰ ਸਕਦਾ। ਹਾਂਜੀ, एवरीवन ਲਾਫਡ ਟੂ ਹੀਅਰ ਲਿਟਲ ਡੈਡੀ, ਤੇ ਸਾਰੇ ਹੀ ਉਹਦੀ ਗੱਲ ਸੁਣ ਕੇ ਹੈ ਨਾ ਲਿਟਲ ਡੈਡੀ ਦੀ ਹੱਸਣ ਲੱਗ ਜਾਂਦੇ। ਇਟ ਮੇਡ ਹਿਮ ਐਂਗਰੀ ਐਂਡ ਹੀ ਸੈਡ ਇਫ ਯੂ ਲਾਫ ਐਟ ਮੀ ਆਈ ਵਿਲ ਬੀ ਅ ਨਾਈਟ ਵਾਚਮੈਨ ਆਲਸੋ। ਤੇ ਫਿਰ ਉਹ ਗੁੱਸੇ ਹੋ ਜਾਂਦਾ ਹੁੰਦਾ ਨਾ ਇੱਦਾਂ ਜਦੋਂ ਬੱਚੇ ਨੂੰ ਆਪਾਂ ਹੱਸਣ ਲੱਗ ਜਾਂਦੇ ਉਹਦੀਆਂ ਗੱਲਾਂ 'ਤੇ ਜ਼ਿਆਦਾ, ਅਤੇ ਉਹਨੂੰ ਗੁੱਸਾ ਆ ਜਾਂਦਾ। ਇਸੇ ਤਰ੍ਹਾਂ ਉਹ ਛੋਟਾ ਸੀ ਨਾ ਅਤੇ ਉਹ ਵੀ ਗੱਲਾਂ ਸੁਣ ਕੇ ਉਹਨੂੰ ਗੁੱਸਾ ਆ ਜਾਂਦਾ। ਅਤੇ ਫਿਰ ਉਹ ਕਹਿੰਦਾ ਜੇ ਹੁਣ ਤੁਸੀਂ ਮੇਰੇ ਉੱਪਰ ਇਸੇ ਤਰ੍ਹਾਂ ਹੱਸੋਗੇ ਹੈ ਨਾ, ਕਹਿੰਦਾ ਫਿਰ ਮੈਂ ਕੀ ਕਰੂੰਗਾ, ਮੈਂ ਨਾਈਟ ਵਾਚਮੈਨ ਵੀ ਬਣ ਜਾਊਂਗਾ ਨਾਲ ਹੋਰ। ਆਫਟਰ ਆਲ ਦੇਅਰ ਇਜ਼ ਨਥਿੰਗ ਟੂ ਡੂ ਐਟ ਨਾਈਟ, ਕਹਿੰਦਾ ਜੇ ਇੱਦਾਂ ਹੀ ਹੱਸੋਗੇ ਨਾ ਅਤੇ ਤੀਸਰਾ ਕੰਮ ਮੈਂ ਹੋਰ ਵੀ ਕਰ ਸਕਦਾ, ਮੈਂ ਕੀ ਕਰੂੰ, ਨਾਈਟ ਵਾਚਮੈਨ ਵੀ ਬਣ ਜਾਊਂਗਾ। ਕਹਿੰਦਾ ਫਿਰ ਵੀ ਸਾਰੀ ਰਾਤ ਨੂੰ ਮੈਂ ਹੋਰ ਕੀ ਕੰਮ ਕਰਨਾ ਹੁੰਦਾ ਹੈ ਨਾ, ਰਾਤ ਨੂੰ ਵੀ ਤਾਂ ਕਹਿੰਦਾ ਮੈਂ ਫ੍ਰੀ ਹੋਇਆ ਕਰਨਾ, ਤਾਂ ਰਾਤ ਨੂੰ ਮੈਂ ਨਾਈਟ ਵਾਚਮੈਨ ਬਣ ਜਾਇਆ ਕਰੂੰਗਾ ਹੈ ਨਾ। ਇਸ ਤਰੀਕੇ ਨਾਲ ਉਹਨੇ ਆਪਣੇ ਹੋਰ ਪਲੈਨਿੰਗ ਇੱਕ ਦੱਸ। ਐਵਰੀਵਨ ਹੈਡ ਟੂ ਐਗਰੀ ਵਿਦ ਲਿਟਲ ਡੈਡੀ, ਸਾਰੇ ਹੁਣ ਉਹਦੇ ਨਾਲ ਸਹਿਮਤ ਹੋ ਜਾਂਦੇ ਲਿਟਲ ਡੈਡੀ ਦੇ ਨਾਲ, ਛੋਟੇ ਡੈਡੀ ਨਾਲ ਹਰ ਕੋਈ ਬੰਦਾ ਸਹਿਮਤ ਹੀ ਹੋ ਜਾਂਦਾ ਜਦੋਂ ਉਹ ਇਸ ਤਰ੍ਹਾਂ ਦੀਆਂ ਗੱਲਾਂ ਕਰਦਾ। ਬਟ ਅ ਫਿਊ ਡੇਜ਼ ਲੇਟਰ ਹੀ ਚੇਂਜ ਹਿਜ਼ ਮਾਈਂਡ, ਅਤੇ ਫਿਰ ਕੀ ਹੋਇਆ, ਥੋੜ੍ਹੇ ਕੁ ਦਿਨਾਂ ਬਾਅਦ ਉਹਨੇ ਫਿਰ ਆਪਣਾ ਮਾਈਂਡ ਚੇਂਜ ਕਰ ਲਿਆ। ਫਿਰ ਉਹਨੇ ਆਪਣੀ ਜਿਹੜੀ ਥਿੰਕਿੰਗ ਸੀ, ਗੱਲ ਸੀਗੀ ਵੀ ਮੈਂ ਆਹ ਕੰਮ ਕਰਨਾ, ਫਿਰ ਬਦਲ ਗਿਆ ਉਹ। ਹੀ ਸੈਡ ਹੀ ਵਾਂਟਡ ਟੂ ਬੀ ਅ ਪਾਇਲਟ, ਫਿਰ ਕਹਿੰਦਾ ਮੈਂ ਤਾਂ ਪਾਇਲਟ ਹੀ ਬਣਨਾ, ਮੈਂ ਤਾਂ ਜਹਾਜ਼ ਹੀ ਉਡਾਇਆ ਕਰੂੰਗਾ। ਦੈਨ ਹੀ ਸੈਡ ਹੀ ਵਾਂਟਡ ਟੂ ਬੀ ਐਨ ਐਕਟਰ, ਫਿਰ ਉਹਨੂੰ ਕੋਈ ਫਿਲਮ ਵਧੀਆ ਲੱਗੀ ਹੋਊਗੀ ਹੈ ਨਾ, ਫਿਰ ਉਸ ਤੋਂ ਬਾਅਦ ਕਹਿੰਦਾ ਨਾ ਮੈਂ ਤਾਂ ਵੱਡਾ ਹੋ ਕੇ ਐਕਟਰ ਬਣਨਾ। ਐਂਡ ਆਫਟਰ ਗ੍ਰੈਂਡਪਾ ਟੁਕ ਹਿਮ ਟੂ ਐਨ ਆਫਿਸ ਹੀ ਡਿਸਾਈਡਡ ਟੂ ਬੀ ਅ ਕਲਰਕ, ਅਤੇ ਇੱਕ ਵਾਰੀ ਫਿਰ ਉਹਦੇ ਦਾਦਾ ਜੀ ਉਹਨੂੰ ਆਫਿਸ 'ਚ ਲੈ ਗਏ ਕਿਸੇ 'ਚ ਹੈ ਨਾ, ਅਤੇ ਜਦੋਂ ਉੱਥੋਂ ਦੇਖ ਕੇ ਆਇਆ ਵਾਪਸ, ਫਿਰ ਆ ਕੇ ਉਹਨੇ ਫੈਸਲਾ ਕੀਤਾ, ਕਹਿੰਦਾ ਮੈਂ ਤਾਂ ਕਲਰਕ ਬਣੂੰਗਾ। ਟੂ ਬੀ ਅ ਸੇਲਰ ਵਾਜ਼ ਆਲਸੋ ਔਨ ਹਿਜ਼ ਮਾਈਂਡ, ਅਤੇ ਉਹਦੇ ਦਿਮਾਗ 'ਚ ਕਿਤੇ ਨਾ ਕਿਤੇ ਸੇਲਰ ਹੁੰਦਾ ਜਿਹੜਾ ਆਪਣਾ ਸ਼ਿਪ ਹੈ ਨਾ, ਸ਼ਿਪ ਚਲਾਉਣ ਵਾਲੇ ਹੁੰਦੇ ਉਹ, ਅਤੇ ਕਦੀ ਨਾ ਕਦੀ ਉਹਦੇ ਦਿਮਾਗ 'ਚ ਇਹ ਵੀ ਹੁੰਦਾ ਵੀ ਮੈਂ ਤਾਂ ਸੇਲਰ ਬਣ ਜਾਊਂਗਾ। ਔਰ ਐਟਲੀਸਟ ਅ ਸ਼ੈਫਰਡ, ਅਤੇ ਨਾਲ ਹੀ ਸ਼ੈਫਰਡ ਹੁੰਦਾ ਜਿਹੜੇ ਭੇਡਾਂ ਚਰਾਉਣ ਵਾਲੇ ਹੁੰਦੇ ਹੈ ਨਾ, ਚਰਵਾਹੇ, ਅਤੇ ਕਦੀ ਸੋਚਦਾ ਕਹਿੰਦਾ ਮੈਂ ਤਾਂ ਸ਼ੈਫਰਡ ਵੀ ਬਣ ਸਕਦਾ। ਠੀਕ ਹੈ, ਚਲੋ ਦੇਖੋ ਕਿੰਨਾ ਕੁਛ ਸੋਚਦਾ ਹੁੰਦਾ ਹੈ ਨਾ, ਬੱਚੇ ਸਾਰੇ ਇਸੇ ਤਰ੍ਹਾਂ ਸੋਚਦੇ ਹੁੰਦੇ ਹੈ ਨਾ। ਫਾਈਨਲੀ ਹੀ ਡਿਸਾਈਡਡ ਹੀ ਵਾਂਟਡ ਟੂ ਬੀ ਅ ਡੋਗ, ਚਲੋ ਹੁਣ ਦੇਖੋ ਲਾਸਟ ਦੇ ਵਿੱਚ ਅੰਤ ਦੇ ਵਿੱਚ ਆ ਕੇ ਉਹਨੇ ਫੈਸਲਾ ਕੀਤਾ, ਕਹਿੰਦਾ ਮੈਂ ਤਾਂ ਡੋਗ ਹੀ ਬਣ ਜਾਵਾਂ। ਠੀਕ ਹੈ, ਵੱਡਾ ਹੋ ਕੇ ਮੈਂ ਤਾਂ ਡੋਗ ਹੀ ਬਣ ਜਾਣਾ। ਆਲ ਦੈਟ ਡੇ ਹੀ ਰੈਨ ਅਰਾਊਂਡ ਔਨ ਆਲ ਫੋਰਸ ਬਾਰਕਿੰਗ ਐਟ ਸਟ੍ਰੇਂਜਰਸ, ਫਿਰ ਸਾਰਾ ਦਿਨ ਕੀ ਕਰਦਾ ਵੀ ਸਾਰੇ ਆਪਣੇ ਮਤਲਬ ਦੋਨੋਂ ਹੱਥਾਂ ਦੇ ਅਤੇ ਪੈਰਾਂ 'ਤੇ ਘੁੰਮਦਾ ਰਹਿੰਦਾ। ਠੀਕ ਹੈ, ਅਤੇ ਜਿਹੜੇ ਸਟ੍ਰੇਂਜਰਸ ਹੁੰਦੇ ਆ ਜਿਨ੍ਹਾਂ ਨੂੰ ਆਪਾਂ ਜਾਣਦੇ ਨਹੀਂ ਹੁੰਦੇ ਹੈ ਨਾ, ਅਤੇ ਉਹਨਾਂ ਨੂੰ ਦੇਖ ਕੇ ਭੌਂਕੀ ਜਾਂਦਾ। ਹੀ ਈਵਨ ਟਰਾਈਡ ਟੂ ਬਾਈਟ ਐਨ ਐਲਡਰਲੀ ਲੇਡੀ ਵੈਨ ਸ਼ੀ ਵਾਂਟਡ ਟੂ ਪੈਟ ਹਿਜ਼ ਹੈਡ, ਅਤੇ ਉਹ ਕੋਸ਼ਿਸ਼ ਇਹ ਵੀ ਕਰਦਾ ਕਿ ਜੇ ਕੋਈ ਵੱਡੀ ਔਰਤ ਹੈ ਨਾ, ਉਮਰ ਦੀ ਵੱਡੀ ਔਰਤ ਉਹਨੂੰ ਸਿਰ ਉਹਦਾ ਥਾਪੜਨ ਦੀ ਕੋਸ਼ਿਸ਼ ਕਰਦੀ, ਠੀਕ ਹੈ, ਤਾਂ ਫਿਰ ਉਹਨੂੰ ਉਹ ਕੱਟਣ ਦੀ ਕੋਸ਼ਿਸ਼ ਕਰਦਾ। ਲਿਟਲ ਡੈਡੀ ਲਰਨਡ ਕੁਆਇਟ ਵੈਲ ਹਾਊ ਟੂ ਬਾਰਕ ਬਟ ਹੀ ਕੁਡ ਨਾਟ ਸਕਰੈਚ ਬਿਹਾਈਂਡ ਹਿਜ਼ ਈਅਰ ਵਿਦ ਹਿਜ਼ ਫੁੱਟ, ਕਹਿੰਦਾ ਛੋਟੇ ਡੈਡੀ ਨੇ ਬੜੇ ਵਧੀਆ ਤਰੀਕੇ ਨਾਲ ਜਿੱਦਾਂ ਕੁੱਤੇ ਭੌਂਕਦੇ ਨਾ, ਉਹ ਵੀ ਸਿੱਖ ਲਿਆ ਉਹਨੇ ਵੀ ਕਿਸ ਤਰ੍ਹਾਂ ਕੁੱਤੇ ਭੌਂਕਦੇ ਆ, ਉਹ ਵੀ ਸਿੱਖ ਜਾਂਦਾ। ਕਹਿੰਦਾ ਪਰ ਉਹ ਇਹ ਚੀਜ਼ ਸਿੱਖ ਨਹੀਂ ਸਕਿਆ ਕਿ ਆਪਣੇ ਜਿਸ ਤਰ੍ਹਾਂ ਕੁੱਤੇ ਆਪਾਂ ਦੇਖੇ ਨਹੀਂ ਵੀ ਆਪਣੇ ਪੈਰ ਦੇ ਨਾਲ ਆਪਣੇ ਕੰਨ ਦੇ ਪਿੱਛੇ ਸਕਰੈਚ ਦਾ ਹੁੰਦਾ, ਮਤਲਬ ਹੁੰਦਾ ਵੀ ਸਕਿਨ ਆਪਣੀ ਨੂੰ ਰਗੜਦੇ ਆ ਹੈ ਨਾ, ਸਕਰੈਚਿੰਗ, ਉਹ ਵੀ ਉਹਨੂੰ ਕਰਨਾ ਨਹੀਂ ਆਇਆ ਹਜੇ ਤੱਕ ਹੈ ਨਾ, ਉਹ ਸਿੱਖਿਆ ਨਹੀਂ ਸੀ ਉਹ ਵੀ ਕਿਸ ਤਰ੍ਹਾਂ ਕਰਦੇ ਇਹ ਆਪਣੇ ਪੈਰ ਨਾਲ ਆਪਣੇ ਕੰਨ ਦੇ ਪਿੱਛੇ ਕਿੱਦਾਂ ਰਗੜਦੇ ਆ ਇਹ ਹੈ ਨਾ ਸਕਿਨ ਨੂੰ। ਦ ਵੇ ਆਲ ਡੋਗਸ ਡੂ, ਜਿਹੜੇ ਕਿ ਸਾਰੇ ਕੁੱਤੇ ਕਰ ਸਕਦੇ ਹੁੰਦੇ ਆ ਹੈ ਨਾ, ਇਹ ਹੁੰਦਾ ਨਹੀਂ ਉਹਦੇ ਤੋਂ। ਹੀ ਥੋਟ ਇਫ ਹੀ ਵੈਂਟ ਆਊਟਸਾਈਡ ਐਂਡ ਸੈਟ ਬਿਸਾਈਡ ਸਟਰੀਟ ਡੋਗ ਹੀ ਵੁੱਡ ਲਰਨ ਇਟ ਮੋਰ ਕੁਇਕਲੀ, ਫਿਰ ਉਹਨੇ ਸੋਚਿਆ ਕਹਿੰਦਾ ਜੇ ਉਹ ਬਾਹਰ ਜਾ ਕੇ ਕਿਤੇ ਅਤੇ ਬਾਹਰ ਜਿਹੜੇ ਗਲੀਆਂ 'ਚ ਕੁੱਤੇ ਹੁੰਦੇ ਆ ਵੀ ਉਹਨਾਂ 'ਚ ਦੇਖੇ ਜਾ ਕੇ ਉਹਨਾਂ 'ਚ ਬੈਠ ਜਾਵੇ, ਕਹਿੰਦਾ ਫਿਰ ਤਾਂ ਬੜੀ ਛੇਤੀ ਸਿੱਖ ਲੂਗਾ ਹੈ ਨਾ, ਇਹ ਵੀ ਚੀਜ਼ ਸਿੱਖ ਸਕਦਾ। ਐਂਡ ਦੈਟ ਵਾਜ਼ ਐਗਜ਼ੈਕਟਲੀ ਵਟ ਹੀ ਡਿਡ, ਅਤੇ ਇਹੀ ਚੀਜ਼ ਉਹ ਸਿੱਖਣਾ ਚਾਹੁੰਦਾ ਸੀ ਹੈ ਨਾ, ਇਹੀ ਕਰਨਾ ਚਾਹੁੰਦਾ ਸੀਗਾ। ਜਸਟ ਹੁਣ ਦੇਖੋ ਇੱਕ ਨਿਊ ਮਤਲਬ ਟਰਨਿੰਗ ਪੁਆਇੰਟ ਆ ਜਾਂਦਾ ਉਹਦੀ ਲਾਈਫ 'ਚ। ਹੁਣ ਕੀ ਹੁੰਦਾ, ਜਸਟ ਦੈਨ ਅ ਸੇਜ ਕੇਮ ਵਾਕਿੰਗ ਡਾਊਨ ਦਾ ਸਟਰੀਟ, ਅਤੇ ਉਹ ਦੇਖਦਾ ਕਿ ਇੱਕ ਸੰਤ ਹੁੰਦੇ ਕੋਈ ਉਹਨਾਂ ਦੀ ਗਲੀ ਵੱਲ ਆ ਰਹੇ ਹੁੰਦੇ ਆ ਉਹ ਹੈ ਨਾ। ਹੀ ਸਟੋਪਡ ਐਂਡ ਵਾਚਡ ਡੈਡੀ ਫੋਰ ਅ ਵਾਈਲ ਦੈਨ ਹੀ ਆਸਕਡ, ਅਤੇ ਉਹ ਉੱਥੇ ਰੁਕ ਜਾਂਦੇ ਅਤੇ ਉਹ ਲਿਟਲ ਡੈਡੀ ਨੂੰ ਦੇਖਦੇ ਕੁਛ ਮਤਲਬ ਸਮਾਂ ਉਹਦੇ ਵੱਲ ਦੇਖੀ ਜਾਂਦੇ ਆ,
ਤੇ ਫਿਰ ਉਹ ਉਹਨੂੰ ਪੁੱਛਦੇ ਆ ਹੈ ਨਾ, ਤੇ ਕਹਿੰਦੇ ਵਾਟ ਆਰ ਯੂ ਡੂਇੰਗ, ਕਹਿੰਦਾ ਕੀ ਕਰ ਰਿਹਾ ਤੂੰ। ਫਿਰ ਉਹਨੇ ਆਨਸਰ ਦਿੱਤਾ ਆਈ ਐਮ ਟਰਾਈਂਗ ਟੂ ਬੀ ਅ ਡੌਗ ਲਿਟਲ ਡੈਡੀ ਸੈਡ। ਤੇ ਛੋਟੇ ਡੈਡੀ ਨੇ ਕੀ ਕਿਹਾ, ਕਹਿੰਦਾ ਮੈਂ ਤਾਂ ਕੁੱਤਾ ਬਣਨ ਦੀ ਕੋਸ਼ਿਸ਼ ਕਰ ਰਿਹਾ ਆ ਹੈ ਨਾ। ਆ ਦੇਖੋ ਪਿੱਛੇ ਡੌਗ ਬੈਠਾ, ਆ ਇੱਥੇ ਲਿਟਲ ਡੈਡੀ ਹੈ ਨਾ, ਉਹ ਕੋਸ਼ਿਸ਼ ਕਰ ਰਿਹਾ ਵੀ ਕਿਸ ਤਰ੍ਹਾਂ ਉਹ ਆਪਣੇ ਪੈਰ ਨਾਲ ਆਪਣੇ ਕੰਨ ਦੇ ਉੱਪਰ ਸਕ੍ਰੈਚਿੰਗ ਕਰੇ ਹੈ ਨਾ, ਖਾਰਿਸ਼ ਕਰ ਸਕਦਾ ਹੈ। ਹਾਂਜੀ ਹੁਣ ਦੇਖੋ ਕਿ ਡੋਂਟ ਯੂ ਵਾਂਟ ਟੂ ਬੀ ਅ ਮੈਨ ਆਸਕਡ ਦ ਸੇਜ। ਫਿਰ ਸੰਤ ਨੇ ਪੁੱਛਿਆ ਉਹਨੂੰ, ਕਹਿੰਦਾ ਕੀ ਤੂੰ ਕਹਿੰਦਾ ਇਨਸਾਨ ਨਹੀਂ ਬਣਨਾ ਚਾਹੁੰਦਾ। ਫਿਰ ਉਹਨੇ ਆਨਸਰ ਦਿੱਤਾ, ਕਹਿੰਦਾ ਆਈ ਹੈਵ ਬੀਨ ਅ ਮੈਨ ਫॉर ਅ ਲੌਂਗ ਟਾਈਮ ਸੈਡ ਡੈਡੀ। ਤੇ ਡੈਡੀ ਨੇ ਕੀ ਕਿਹਾ, ਕਹਿੰਦਾ ਇਨਸਾਨ ਤਾਂ ਮੈਂ ਬਹੁਤ ਟਾਈਮ ਦਾ ਬਣਿਆ ਹੀ ਹੋਇਆ ਆ ਹੈ ਨਾ, ਮੈਂ ਬਹੁਤ ਟਾਈਮ ਤੋਂ ਇਨਸਾਨ ਹੀ ਤਾਂ ਹੈਗਾ ਆ। ਵਟ ਸੌਰਟ ਆਫ ਮੈਨ ਆਰ ਯੂ ਇਫ ਯੂ ਕਾਂਟ ਬੀ ਅ ਡੌਗ ਈਵਨ। ਕਹਿੰਦਾ ਫਿਰ ਉਹਨੇ ਸੇਜ ਨੇ ਕਿਹਾ, ਕਹਿੰਦਾ ਕਿਸ ਤਰ੍ਹਾਂ ਦਾ ਇਨਸਾਨ ਆ ਤੂੰ ਜਿਹੜਾ ਕਿ ਆਪ ਇੱਕ ਕੁੱਤਾ ਵੀ ਨਹੀਂ ਬਣ ਸਕਦਾ, ਇੱਥੋਂ ਤੱਕ ਇੱਕ ਕੁੱਤਾ ਹੀ ਨਹੀਂ ਬਣ ਸਕਦਾ, ਤਾਂ ਤੂੰ ਇਨਸਾਨ ਕਿਸ ਤਰ੍ਹਾਂ ਦਾ ਫਿਰ। ਇਜ਼ ਦੈਟ ਵਟ ਅ ਮੈਨ ਇਜ਼ ਲਾਈਕ। ਕਹਿੰਦਾ ਕੀ ਇਨਸਾਨ ਇਸ ਤਰ੍ਹਾਂ ਦੇ ਹੁੰਦੇ ਆ, ਠੀਕ ਹੈ ਵੀ ਕੁੱਤਾ ਵੀ ਨਹੀਂ ਬਣ ਸਕਿਆ, ਇਸ ਤਰ੍ਹਾਂ ਦੇ ਇਨਸਾਨ ਹੁੰਦੇ ਆ। ਵੈਲ ਵਟ ਇਜ਼ ਅ ਮੈਨ ਲਾਈਕ ਡੈਡੀ ਆਸਕਡ। ਫਿਰ ਡੈਡੀ ਨੇ ਪੁੱਛਿਆ, ਕਹਿੰਦਾ ਠੀਕ ਆ ਖੈਰ, ਕਹਿੰਦਾ ਫਿਰ ਮਨੁੱਖ ਜਾਂ ਇਨਸਾਨ ਕਿਸ ਤਰ੍ਹਾਂ ਦੇ ਹੁੰਦੇ ਆ, ਵੀ ਤੁਸੀਂ ਦੱਸ ਦਿਓ ਮੈਨੂੰ ਕਿਸ ਤਰ੍ਹਾਂ ਦੇ ਹੁੰਦੇ ਆ। ਫਿਰ ਉਹਨਾਂ ਨੇ ਕੀ ਕਿਹਾ, ਥਿੰਕ ਅਬਾਊਟ ਦੈਟ yourself said the sage and walked away। ਫਿਰ ਉਹਨਾਂ ਨੇ ਕੀ ਕਿਹਾ ਸੰਤ ਨੇ, ਕਹਿੰਦੇ ਫਿਰ ਇਹ ਚੀਜ਼ ਬਾਰੇ ਤੂੰ ਆਪ ਸੋਚ ਹੈ ਨਾ, ਤੇ ਇੰਨੀ ਗੱਲ ਕਹਿ ਕੇ ਉਹ ਉੱਥੋਂ walked away ਚਲੇ ਗਏ, ਠੀਕ ਹੈ ਉੱਥੋਂ ਦੂਰ ਚਲੇ ਗਏ। ਬਟ ਲਿਟਲ ਡੈਡੀ ਫੈਲਟ ਮਚ ਅਸ਼ੇਮਡ ਆਫ ਹਿਮਸੈਲਫ ਐਂਡ ਬਿਗੇਨ ਟੂ ਥਿੰਕ। ਤੇ ਉਸ ਤੋਂ ਬਾਅਦ ਕੀ ਹੋਇਆ, ਜਿਹੜਾ ਲਿਟਲ ਡੈਡੀ ਸੀ ਉਹਨੂੰ ਹੁਣ ਆਪਣੇ ਆਪ 'ਤੇ ਬੜੀ ਸ਼ਰਮਿੰਦਗੀ ਮਹਿਸੂਸ ਹੋਈ ਉਹਨੂੰ, ਠੀਕ ਹੈ। ਫਿਰ ਉਹਨੇ ਸੋਚਣਾ ਸ਼ੁਰੂ ਕੀਤਾ, ਹੀ ਥੋਟ ਐਂਡ ਥੋਟ, ਫਿਰ ਉਹ ਸੋਚਦਾ ਰਿਹਾ ਹੈ ਨਾ, ਸੋਚੀ ਗਿਆ। ਦ ਮੋਰ ਹੀ ਥੋਟ ਦ ਮੋਰ ਅਸ਼ੇਮਡ ਹੀ ਵਾਜ਼ ਆਫ ਹਿਮਸੈਲਫ। ਜਿੰਨਾ ਹੀ ਉਹ ਵੱਧ ਸੋਚਦਾ ਉਨੀ ਹੀ ਜ਼ਿਆਦਾ ਉਹਨੂੰ ਆਪਣੇ ਆਪ ਦੇ ਉੱਤੇ ਫਿਰ ਸ਼ਰਮਿੰਦਗੀ ਮਹਿਸੂਸ ਹੁੰਦੀ। ਦ ਸੇਜ ਹੈਡ ਨੋਟ ਐਕਸਪਲੇਨ ਟੂ ਹਿਮ ਵਟ ਅ ਮੈਨ ਇਜ਼ ਲਾਈਕ। ਕਿਉਂਕਿ ਸੰਤ ਉਹਨੂੰ ਇਹ ਗੱਲ ਨਹੀਂ ਸੀ ਸਮਝਾ ਕੇ ਗਏ ਹੈ ਨਾ, ਇਸ ਗੱਲ ਦਾ ਵਰਣਨ ਉਹਨਾਂ ਨੇ ਨਹੀਂ ਕੀਤਾ ਸੀ ਉਹਨੂੰ ਵੀ ਇੱਕ ਮਨੁੱਖ ਕਿਸ ਤਰ੍ਹਾਂ ਦਾ ਹੁੰਦਾ ਆ ਜਾਂ ਇਨਸਾਨ ਕੀ ਹੁੰਦਾ ਆ। ਬਟ ਸਡਨਲੀ ਡੈਡੀ ਨਿਊ ਵਟ ਅ ਮੈਨ ਇਜ਼ ਲਾਈਕ। ਬਟ ਹੁਣ ਅਚਾਨਕ ਕੀ ਸੀ, ਡੈਡੀ ਨੂੰ ਇਸ ਗੱਲ ਦਾ ਪਤਾ ਲੱਗ ਗਿਆ ਸੀ ਕਿ ਅਸਲ ਦੇ ਵਿੱਚ ਮਨੁੱਖ ਕਿਸ ਤਰ੍ਹਾਂ ਦਾ ਹੁੰਦਾ ਆ, ਠੀਕ ਹੈ। ਐਂਡ ਹੀ ਰੀਅਲਾਈਜ਼ਡ ਅਨਦਰ ਇੰਪੋਰਟੈਂਟ ਥਿੰਗ ਆਲਸੋ। ਤੇ ਨਾਲ ਹੀ ਉਹਨਾਂ ਨੇ ਇੱਕ ਹੋਰ ਮਹੱਤਵਪੂਰਨ ਜਿਹੜੀ ਗੱਲ ਸੀ ਉਹ ਵੀ ਸਿੱਖ ਲਈ ਸੀ। ਇਟ ਵਾਜ਼ ਦੈਟ ਹੀ ਵਾਜ਼ ਯੈਟ ਟੂ ਸਮਾਲ ਟੂ ਨੋ ਵਟ ਹੀ ਵਾਂਟਡ ਟੂ ਬੀ। ਤੇ ਇਹ ਗੱਲ ਇਹ ਸੀ ਵੀ ਹਜੇ ਉਹ ਇਸ ਚੀਜ਼ ਨੂੰ ਸੋਚਣ ਬਾਰੇ ਬਹੁਤ ਛੋਟਾ ਆ, ਇਸ ਗੱਲ ਨੂੰ ਜਾਣਨ ਬਾਰੇ ਵੀ ਉਹਨੇ ਵੱਡਾ ਹੋ ਕੇ ਕੀ ਬਣਨਾ ਆ, ਹੈ ਨਾ। The next time he was asked what he wanted to be, he thought of the sage and said, I want to be a man। ਹਾਂਜੀ ਉਸ ਤੋਂ ਬਾਅਦ ਅਗਲੀ ਵਾਰੀ ਜਦੋਂ ਵੀ ਉਹਨੂੰ ਫਿਰ ਕੋਈ ਪੁੱਛਦਾ ਬਈ ਤੂੰ ਕੀ ਬਣਨਾ ਵੱਡਾ ਹੋ ਕੇ, ਤਾਂ ਉਹਨੂੰ ਹਮੇਸ਼ਾ ਹੀ ਸੰਤ ਦੀ ਜਿਹੜੀ ਗੱਲ ਸੀ ਉਹੀ ਯਾਦ ਆ ਜਾਂਦੀ। ਉਹ ਸੰਤ ਬਾਰੇ ਸੋਚਦੇ ਤੇ ਉਹ ਕਹਿੰਦਾ ਕਿ ਮੈਂ ਇਨਸਾਨ ਬਣਨਾ ਆ। No one laughed when little daddy said this। ਤੇ ਹੁਣ ਉਹਦੀ ਇਹ ਗੱਲ ਸੁਣ ਕੇ ਕੋਈ ਵੀ ਨਹੀਂ ਸੀ ਉਸ 'ਤੇ ਹੱਸਦਾ, ਲਿਟਲ ਡੈਡੀ ਤੇ ਛੋਟੇ ਡੈਡੀ ਦੀ ਇਸ ਗੱਲ ਨੂੰ ਸੁਣ ਕੇ ਕੋਈ ਵੀ ਨਹੀਂ ਸੀ ਹੱਸਿਆ। ਐਂਡ ਦੈਟ ਵਾਜ਼ ਦਾ ਬੈਸਟ ਆਂਸਰ ਹੀ ਕੁਡ ਥਿੰਕ ਆਫ। ਤੇ ਇਹੀ ਹੁਣ ਤੱਕ ਦਾ ਸਭ ਤੋਂ ਵਧੀਆ ਜਵਾਬ ਸੀ ਜੋ ਕਿ ਉਹਨੇ ਸੋਚਿਆ ਸੀ, ਹੈ ਨਾ। ਹੀ ਸਟਿਲ ਥਿੰਕਸ ਸੋ ਐਂਡ ਆਲਵੇਜ਼ ਸੇਜ਼ ਟੂ ਮੀ। ਤੇ ਹੁਣ ਵੀ ਉਹ ਇਹੀ ਗੱਲ ਹੀ ਸੋਚਦੇ ਸੀ, ਹੈ ਨਾ, ਤੇ ਮੈਨੂੰ ਵੀ ਹਮੇਸ਼ਾ ਇਹੀ ਗੱਲ ਕਹਿੰਦੇ ਆ ਉਹ। The only important thing you have to remember is that you must be a good man। ਕਹਿੰਦਾ ਕਿ ਸਭ ਤੋਂ ਜਿਹੜੀ ਮਹੱਤਵਪੂਰਨ ਗੱਲ ਆ ਉਹ ਇਹ ਆ, ਠੀਕ ਹੈ, ਇਹ ਯਾਦ ਰੱਖਣਾ ਜ਼ਰੂਰੀ ਆ ਕਿ ਤੁਸੀਂ ਇਨਸਾਨ ਕਿਵੇਂ ਇੱਕ ਚੰਗਾ ਇਨਸਾਨ ਬਣਨਾ ਹੀ ਜ਼ਿਆਦਾ ਜ਼ਰੂਰੀ ਆ, ਠੀਕ ਹੈ। ਵੀ ਇਸ ਗੱਲ ਨੂੰ ਯਾਦ ਰੱਖਣ ਦੀ ਲੋੜ ਹੈ ਆਪਾਂ ਨੂੰ ਵੀ ਤੁਸੀਂ ਇੱਕ ਵਧੀਆ ਇਨਸਾਨ ਕਿਸ ਤਰ੍ਹਾਂ ਬਣ ਸਕਦੇ ਆ। This is the most important thing, whatever you want to be, a pilot, a shepherd, a sailor, an ice cream man or whatever। ਕਹਿੰਦੇ ਕਿ ਇਹੀ ਸਭ ਤੋਂ ਮਹੱਤਵਪੂਰਨ ਗੱਲ ਆ, ਚਾਹੇ ਤੁਸੀਂ ਕੁਛ ਵੀ ਬਣਨਾ ਹੈ ਨਾ, ਚਾਹੇ ਤੁਸੀਂ ਪਾਇਲਟ ਬਣਨਾ, ਚਾਹੇ ਤੁਸੀਂ ਸ਼ੈਫਰਡ ਬਣਨਾ, ਹੈ ਨਾ, ਮੀਨਸ ਚਾਹੇ ਤੁਸੀਂ ਭੇਡਾਂ ਚਰਾਉਣ ਵਾਲਾ ਬਣਨਾ, ਜਾਂ ਤੁਸੀਂ ਸੇਲਰ ਜਹਾਜ਼ ਚਲਾਉਣ ਵਾਲਾ ਬਣਨਾ, ਚਾਹੇ ਤੁਸੀਂ ਆਈਸਕ੍ਰੀਮ ਮੈਨ ਬਣਨਾ, ਜਾਂ ਇਸ ਤੋਂ ਇਲਾਵਾ ਜੋ ਵੀ ਤੁਸੀਂ ਚਾਹੁੰਦੇ ਆ ਕੁਛ ਹੋਰ, ਹੈ ਨਾ, ਜੋ ਵੀ ਮਰਜ਼ੀ ਬਣਨਾ। ਐਂਡ ਅ ਮੈਨ ਡਜ਼ ਨਾਟ ਰੀਅਲੀ ਹੈਵ ਟੂ ਨੋ ਹਾਊ ਟੂ ਸਕ੍ਰੈਚ ਬਿਹਾਈਂਡ ਹਿਸ ਈਅਰ ਵਿਦ ਹਿਸ
फुट। तो कहते फिर इंसान नूं ये चीज़ जानने की जरूरत नहीं हैगी कि उन्हें अपने कन्न दे पिछे ठीक है अपने पैर दे नाल स्क्रैच किस तरह करना, रगड़ना किस तरीके नाल आ, ये उन्होंने चीज़ जानने की जरूरत नहीं हैगी। ठीक है, सो इट इज़ अ ब्यूटीफुल स्टोरी है ना, बहुत वधिया स्टोरी है ये। तो ये स्टोरी जिहड़ी वो रशियन सीगे, रूस दे नाल रिलेटेड सीगे, तो ये पहला रशियन लैंगुएज दे विच ही लिखी हुई सी, तो इहनूं इंग्लिश दे विच ट्रांसलेट किया अलेक्जेंडर रस्किन ने। ठीक है, अलेक्जेंडर जिहड़े रस्किन सीगे उन्होंने इहनूं इंग्लिश दे विच ट्रांसलेट किया सी। ठीक है, ये सी हुण तुहाडी स्टोरी, तुसीं इहनूं ध्यान नाल पढ़ लिओ। इहदे डिफिकल्ट वर्ड्स जिहड़े आ उहनूं भी नोट डाउन कर लो तो उन्होंने याद कर लो। ठीक है, हाँ जी, चलो हुण आपां इहदी एक्सरसाइज भी देख लीए है ना, लेसन नंबर 3 दियां। सब तो पहला की है न्यू वर्ड्स फ्रेजेस एंड देयर यूज। हाँ जी, चैप्टर दे विच ये आए हुए है ना फ्रेजेस जां वर्ड्स, वो देख लैंदे आपां इहनां दा एक बारी मीनिंग। नंबर 1 सर्टेन श्योर, इहदा मतलब भी यकीन है ना, वी आर सर्टेन आवर टीम विल विन इन द मैच। तो भी सानू पूरा यकीन सी कि साडी टीम मैच जित जाएगी। नंबर 2 ग्रो अप, ग्रो इनटू एन अडल्ट। ग्रो अप का मतलब बालग होना, बड़े होना है ना। हिज चिल्ड्रन हैव ऑल ग्रोन अप, उसके सारे बच्चे बड़े हो गए है ना, बालग हो गया। नंबर 3 क्रॉल, टू मूव स्लोली ऑन बंस वैली और हैंड्स एंड नीज। ठीक है, रेंगना मतलब हौली हौली पेट के भार जां हत्थां दे नाल जां गोड्यां दे भार आप मतलब नीचे लेटना जां रेंगना। ठीक है, द बेबी हैज़ जस्ट लर्न टू क्रॉल, बच्चा अजे क्रॉलिंग करना ही सीख रहा है। ठीक है, मकैनिक, अ पर्सन हुज जॉब इज़ टू रिपेयर मशीन्स। हाँ जी, हुण मकैनिक कौन हुंदा, जिहड़ा मतलब जिहड़ा इंसान मशीनां दी मुरम्मत करदा है। हिज ब्रदर इज़ अ गुड कार मकैनिक, उसका भरा एक वधिया कार मकैनिक है। वे आउट, अ वे ऑफ एस्केपिंग अ प्रॉब्लम। हाँ जी, वे आउट मीनस हल लभ लेना है ना किसी प्रॉब्लम का। देयर वॉज नो वे आउट एंड वी हैड टू फेस द सिचुएशन, भी कोई होर रास्ता नहीं सी, इस करके सानू उस स्थिति का सामना करना पिया। अगे नंबर 6 एट ऑल, इन एनी वे, टू एनी डिग्री, भी किसी भी तरीके नाल है ना। आई डोंट लाइक हिज हैबिट ऑफ टेलिंग लाइज एट ऑल, तो भी मैं उहदी झूठ बोलने की आदत जिहड़ी आ उहनूं किसी भी तरह पसंद नहीं करता। ऑन ऑल फोर्स, बेंट ओवर विद हैंड्स एंड नीज ऑन द ग्राउंड, ये भी अपने हत्थां नाल दोनों हत्थ नीचे ते पैरां दे नाल है ना, ग्राउंड दे मीनस झुकना, मतलब जमीन ते झुकना अपने हत्थां ते पैरां दे सहारे। वी वेंट क्रॉलिंग ऑन ऑल फोर्स अमंग द बुशिज, असीं सारे मतलब बुशिज हुंदियां झाड़ियां है ना, झाड़ियां दे विच सारे मतलब अपने हत्थां ते अपने पैरां दे नाल झुक के मतलब क्रॉलिंग करन लग गए, सारे रेंगण लग गए। स्ट्रेंजर एन अननोन परसन, स्ट्रेंजर हुंदा जिन्हों आपां जाणदे नहीं है ना, अजनबी। इट इज़ नैवर सेफ टू एक्सैप्ट ईटेबल्स फ्रॉम अ स्ट्रेंजर, कहंदे कि जे आपां किसी मतलब जिहड़े इंसान आपां जाणदे नहीं, जे आपां उहदे तो कुछ लैके खा लैंदे आ, ठीक है, स्वीकार कर लैंदे जो आपां नूं खाण लई कुछ दिंदा, तां ओह सुरੱਖਿਅਤ नहीं हुंदी है ना, वो गल सही नहीं हुंदी। ठीक है, भी आपां नूं किसी अननोन परसन तो कोई भी चीज़ लैके नहीं खानी चाहिए है ना। हाँ जी, नैक्सट हैगा स्क्रैच, रब द स्किन विद नेल्स, अपने नोहां दे नाल स्किन जां मतलब कोई भी चीज़ नूं रगड़ना। ठीक है, वाई आर यू स्क्रैचिंग योर हैड, इज़ देयर एनी प्रॉब्लम, कहंदे कि तू अपने जिहड़े हत्थां नाल अपनी स्किन है जां अपना सिर आ उहनूं क्यों रगड़ रहा है, भी की कोई प्रॉब्लम है ना, कि किसी तरह की कोई समस्या है। फॉर अ वाइल, फॉर अ पीरियड ऑफ टाइम है ना, कुछ समय लिए। द टू फ्रेंड्स सैट टूगैदर इन द पार्क एंड चैटिड फॉर अ वाइल, भी दोनों ही दोस्त जिहड़े सीगे थोड़ा कि टाइम के लिए उत्थे बैठ गए पार्क दे विच ते कुछ टाइम उन्होंने गल्लां कीतियां। ठीक है, चैटिड गल्लां करनियां है ना जी। नैक्सट इज़ टैक्चुअल कॉम्प्रीहेंशन, आंसर ईच क्वेश्चन ब्रीफली। हाँ जी, हुणे क्वेश्चन आंसर्स आ, चैप्टर दे विच सारे क्वेश्चन के आंसर हैगे आ, आपां लैसन रीड कर लिया, तुहानूं मैं एक बारी समझा दिंदी आ, ते तुसीं लैसन दे विचों ये क्वेश्चनस के आंसर फाइंड आउट करके अपने कॉपी रफ कॉपीज़ से पहला लिखियो। ठीक है, देखो नंबर 1, हाँ जी, फर्स्ट क्वेश्चन हैगा वाई डिड डैडी वॉन्ट टू बी अ नाइट वॉचमैन।
हाँ जी, डैडी जिहड़े सी वो नाइट वॉचमैन क्यों बनना चाहुंदे सी? पढ़िया सी ना आपां क्यों बनना चाहुंदा सी? उन्हें किहड़ी चीज़ उहनूं वॉचमैन दी वधिया लगी सी, है ना, भी एट नाइट वॉचमैन इज़ अप वाइल द होल टाउन इज स्लीप, है ना, भी जदों सारे सुत्ते हुंदे आ ते कल्ला वॉचमैन ही जागदा हुंदा, है ना, ते जो मर्जी कर सकदा हुंदा, है ना, शोर शराबा जो मर्जी, ठीक है, पढ़िया सी ना, ਉਹ वाला ਇਹਦਾ आंसर लिखना। सैकेंड हैगा वाई डिड ही वॉन्ट टू बी एन आइसक्रीम मैन, फिर हुण ਉਹਨੇ ਉਸ ਤੋਂ ਬਾਅਦ ਕੀ ਕਿਹਾ ਸੀ ਵੀ ਆਈਸਕ੍ਰੀਮ ਮੈਨ ਬਣਨਾ ਮੈਂ, ਹੈ ਨਾ, ਹੁਣ ਤੁਸੀਂ ਇਹ ਵੀ ਦੱਸੋ ਵੀ ਡੈਡੀ ਆਈਸਕ੍ਰੀਮ ਮੈਨ ਬਣਨਾ ਕਿਉਂ ਚਾਹੁੰਦਾ ਸੀ, ਠੀਕ ਹੈ। ਅੱਗੇ ਨੰਬਰ 3 what was it that he saw in an auto workshop, ਹੁਣ ਉਹਨੇ ਆਟੋ ਵਰਕਸ਼ਾਪ ਦੇ ਵਿੱਚ ਕੀ ਦੇਖਿਆ ਸੀ। ਅਗਲਾ ਕੁਐਸਚਨ ਨੰਬਰ 4 what was it that daddy liked about a car mechanic, ਹਾਂਜੀ ਕਾਰ ਮਕੈਨਿਕ ਦੀ ਕਿਹੜੀ ਗੱਲ ਉਹਨੂੰ ਵਧੀਆ ਲੱਗੀ ਸੀ। ਕੁਐਸਚਨ ਨੰਬਰ 5 how did daddy say he would both be a car mechanic and an ice cream man, ਹੁਣ ਡੈਡੀ ਨੇ ਇਹ ਗੱਲ ਕਿਵੇਂ ਕਹੀ ਸੀ ਕਿ ਵੀ ਮੈਂ ਦੋਨੇ ਕੰਮ ਹੀ ਕਰ ਲੂੰਗਾ, ਕਾਰ ਮਕੈਨਿਕ ਵੀ ਬਣ ਜੂ ਤੇ ਆਈਸਕ੍ਰੀਮ ਮੈਨ ਵੀ ਬਣ ਜੂ, ਠੀਕ ਹੈ। ਅੱਗੇ why did daddy want to scratch behind his ear with his ਫੁੱਟ, ਹਾਂਜੀ ਹੁਣ ਡੈਡੀ ਆਪਣੇ ਪੈਰ ਦੇ ਨਾਲ ਆਪਣੇ ਕੰਨ ਦੇ ਪਿੱਛੇ ਸਕਰੈਚ ਕਰਨਾ ਕਿਉਂ ਸਿੱਖ ਰਿਹਾ ਸੀ, ਹੈ ਨਾ, ਕਿਉਂ ਕਰ ਰਿਹਾ ਸੀ ਉਹ, ਜਾਂ ਕਿਉਂ ਸਿੱਖਣਾ ਚਾਹੁੰਦਾ ਸੀ ਇਸ ਚੀਜ਼ ਨੂੰ। ਅੱਗੇ ਨੰਬਰ 7 what was it that made daddy feel ashamed of himself, ਫਿਰ ਉਹ ਇਸ ਤਰ੍ਹਾਂ ਦੀ ਕਿਹੜੀ ਗੱਲ ਹੋ ਗਈ ਸੀ ਜਿਹਦੇ ਕਰਕੇ ਜਿਹੜੇ ਲਿਟਲ ਡੈਡੀ ਸੀ ਉਹਨੂੰ ਸ਼ਰਮਿੰਦਗੀ ਮਹਿਸੂਸ ਹੋਈ ਸੀ। ਪੜ੍ਹਿਆ ਸੀ ਨਾ ਆਪਾਂ ਵੀ, ਹੈ ਨਾ, ਆਂਸਰ ਇਹਦਾ ਲਿਖਣਾ। ਅੱਗੇ ਕੁਐਸਚਨ ਨੰਬਰ 8 when did daddy stop thinking what he wanted to be, ਤੇ ਫਿਰ ਉਹਨੇ ਉਸ ਤੋਂ ਬਾਅਦ ਕਦੋਂ ਇਹ ਗੱਲ ਸੋਚਣੀ ਸ਼ੁਰੂ ਕੀਤੀ ਸੀ ਵੀ ਹੁਣ ਇਹ ਚੀਜ਼ ਬਾਰੇ ਮੈਂ ਨਹੀਂ ਸੋਚਣਾ ਵੀ ਮੈਂ ਕੀ ਬਣਨਾ ਆ, ਠੀਕ ਹੈ। ਅੱਗੇ ਕੁਐਸਚਨ ਨੰਬਰ 9 what does daddy think now to be the most important thing, ਤੇ ਹੁਣ ਲਾਸਟ ਦੇ ਵਿੱਚ ਆਪਾਂ ਦੇਖਿਆ ਸੀ ਕਿ ਸਭ ਤੋਂ ਜ਼ਰੂਰੀ ਜਿਹੜੀ ਮਹੱਤਵਪੂਰਨ ਗੱਲ ਸੀ, ਹੈ ਨਾ, ਉਹ ਕੀ ਸਿੱਖੀ ਸੀ ਉਹਨਾਂ ਨੇ, ਡੈਡੀ ਨੇ ਕੀ ਸਿੱਖੀ ਸੀ ਉਹ ਦੱਸਣੀ ਆ ਤੁਸੀਂ, ਠੀਕ ਹੈ। ਅੱਗੇ ਆ ਗਿਆ who said these words and to whom in the story, ਹਾਂਜੀ ਹੁਣ ਨੀਚੇ ਵਾਲੇ ਜਿਹੜੇ ਵਰਡਸ ਲਿਖੇ ਹੋਏ ਸੈਂਟੈਂਸਿਸ ਲਿਖੇ ਹੋਏ ਆ ਇਹ ਗੱਲਾਂ ਕਿਸ ਨੇ ਕਿਸ ਨੂੰ ਕਹੀਆਂ ਸੀ ਇਹ ਦੱਸਣਾ। ਹਾਂਜੀ ਨੰਬਰ 1 who's that man, ਵੀ ਇਹ ਆਦਮੀ ਕੌਣ ਹੈ, ਇਹ ਕਿਹਨੇ ਕਿਹਾ ਸੀ, ਲਿਟਲ ਡੈਡੀ ਟੂ ਵਨ ਆਫ ਹਿਜ਼ ਪੇਰੈਂਟਸ, ਹੈ ਨਾ, ਉਹਨਾਂ ਨੇ ਪੁੱਛਿਆ ਸੀ। ਹਾਂਜੀ ਅੱਗੇ what are you doing, ਇਹ ਕਿਹਨੇ ਕਿਹਾ ਸੀ, ਦ ਸੇਜ ਟੂ ਲਿਟਲ ਡੈਡੀ, ਹੈ ਨਾ, ਸੇਜ ਨੇ ਕਿਹਾ ਸੀ ਉਹਨੂੰ ਵੀ ਤੂੰ ਕੀ ਕਰਦਾ। ਅੱਗੇ ਆਈ ਐਮ ਟਰਾਈਂਗ ਟੂ ਬੀ ਅ ਡੌਗ, ਤੇ ਫਿਰ ਉਹਨੇ ਆਹ ਗੱਲ ਕਿਹਨੇ ਕਹੀ ਸੀ, ਲਿਟਲ ਡੈਡੀ ਨੇ ਕਹੀ ਸੀ ਨਾ, ਲਿਟਲ ਡੈਡੀ ਟੂ ਦ ਸੇਜ, ਉਹਨੂੰ ਕਿਹਾ ਸੀ ਨਾ ਸੰਤ ਨੂੰ। ਹਾਂਜੀ ਅੱਗੇ ਹੈਗਾ ਥਿੰਕ ਅਬਾਊਟ ਦੈਟ ਯੋਰ ਸੈਲਫ, ਆਹ ਗੱਲ ਕਿਹਨੇ ਕਹੀ ਸੀ, ਦ ਸੇਜ ਟੂ ਲਿਟਲ ਡੈਡੀ, ਹੈ ਨਾ, ਉਹਨਾਂ ਨੂੰ ਕਹੀ ਸੀ। ਅੱਗੇ ਨੰਬਰ 5 ਤੇ ਕੀ ਆ, ਦਿਸ ਇਜ਼ ਦ ਮੋਸਟ ਇੰਪੋਰਟੈਂਟ ਥਿੰਗ whatever you want to be, ਇਹ ਕਿਹਨੇ ਕਹੀ ਸੀ, ਲਿਟਲ ਡੈਡੀ ਟੂ ਦ ਆਥਰ, ਠੀਕ ਹੈ। ਆਥਰ ਦਾ ਮਤਲਬ ਜਿਹਨੇ ਲਿਖਿਆ ਹੈ, ਰਾਈਟਰ, ਉਹਨੂੰ ਕਹੀ ਸੀ, ਠੀਕ ਹੈ। ਅੱਗੇ ਆ ਗਿਆ complete each sentence with the suitable words from the box, ਹਾਂਜੀ ਹੁਣ ਆਪਾਂ ਇਹਦੇ 'ਚ ਕੀ ਕਰਨਾ ਵੀ ਆਪਾਂ ਜਿਹੜਾ ਨੀਚੇ ਬਾਕਸ ਬਣਿਆ ਹੋਇਆ ਇਹਦੇ ਵਿੱਚੋਂ ਜਿਹੜੇ ਵੀ ਮੈਚ ਕਰਦੇ ਆ ਉੱਪਰ ਵਾਲੇ ਸੈਂਟੈਂਸ ਦੇ ਨਾਲ ਉਹਨੂੰ ਉਹਦੇ ਸਾਹਮਣੇ ਸਾਹਮਣੇ ਲਿਖਣਾ, ਠੀਕ ਹੈ। ਹਾਂਜੀ ਨੰਬਰ 1 ਤੇ ਹੈਗਾ ਆਈ ਵਿਲ ਸੈਲ ਆਈਸਕ੍ਰੀਮ ਫॉर ਡੈਸ਼, ਹਾਂਜੀ ਹੁਣ ਇਹਦਾ ਕੀ ਆ ਸਕਦਾ, ਇਹਦਾ ਆ ਸਕਦਾ ਇਹਨਾਂ ਵਿੱਚੋਂ ਆਈ ਵਿਲ ਸੈਲ ਆਈਸਕ੍ਰੀਮ ਫॉर ਸਮ ਟਾਈਮ ਇਨ ਦ ਮੋਰਨਿੰਗ, ਠੀਕ ਹੈ, ਇਹ ਆ ਸਕਦਾ। ਹਾਂਜੀ ਨੈਕਸਟ ਹੈਗਾ ਐਵਰੀਵਨ ਹੈਡ ਟੂ ਐਗਰੀ ਡੈਸ਼, ਇਹਦੇ 'ਚ ਕੀ ਆਏਗਾ ਵਿਦ ਲਿਟਲ ਡੈਡੀ, ਇਹਦੇ ਨਾਲ ਇਹਦਾ ਮੈਚ ਆ ਸਕਦਾ। ਹੀ ਵਾਜ਼ ਕੁਆਇਟ ਸਰਟਨ ਹੀ, ਹਾਂਜੀ ਇਹ ਆ ਸਕਦਾ ਆਹ ਵਾਲਾ, ਵਾਂਟਡ ਟੂ ਬੀ ਅ ਨਾਈਟ ਵਾਚਮੈਨ। ਅੱਗੇ ਅ ਮੈਨ ਡਜ਼ ਨਾਟ ਹੈਵ ਟੂ ਨੋ ਹਾਊ ਟੂ ਸਕ੍ਰੈਚ ਬਿਹਾਈਂਡ ਹਿਜ਼ ਈਅਰ ਵਿਦ ਹਿਜ਼ ਫੁੱਟ, ਠੀਕ ਹੈ, ਇਹਦਾ ਇਹ ਆ ਗਿਆ। ਹਾਂਜੀ ਨੈਕਸਟ ਹੈਗਾ ਦ ਸੇਜ ਹੈਡ ਨੋਟ ਐਕਸਪਲੇਨ ਟੂ ਹਿਮ, ਇਹਦਾ ਆ ਗਿਆ ਆਹ ਵਾਲੇ ਵਟ ਅ ਮੈਨ ਇਜ਼ ਲਾਈਕ, ठीक है, ठीक। हाँ जी नेक्स्ट आ गया वोकैबलरी इनरिचमेंट, मैच द वर्ड्स इन कॉलम ए विद देयर मीनिंग्स इन कॉलम बी। हाँ जी इत्थे हुण तुसीं मैचिंग करने आ, चाहे तो मैच कर दिओ चाहे नंबरिंग कर दिओ, ठीक है, जिद्दां ईजी लगदा उस तरह कर दिओ। हाँ जी ए साइड ते हैगा फर्स्ट नंबर ते पायलट, हुण पायलट नूं आपां किहदे नाल मैच कर सकदे आ,
पायलट कौन होंदा? इधरों देखो नंबर 2 ते की लिखे होया? वन हू फ्लाइज एन एयरक्राफ्ट। तो नैक्सट आ गया एक्टर। एक्टर का की आ गया? वन हू एक्ट्स इन अ फिल्म और ऑन द स्टेज। अगे क्लर्क, हाँ जी, वन हू कीप्स रैकर्ड्स इन एन ऑफिस। आ वाला सेलर, ਇਹਦਾ ਕੀ ਆ ਸਕਦਾ ਇਹਦੇ ਚੋਂ? ਲਾਸਟ ਵਾਲਾ, वन हू इज़ अ मैंबर ऑफ द क्रू ऑन अ शिप। ठीक है। नैक्सट हैगा स्ट्रेंजर, वन हू यू डू नॉट नो। ठीक है, ये अगे आ गया शेफर्ड, वन हू लुक्स आफ्टर शीप। अगे हैगा मैकेनिक, मैकेनिक का आ गया वन हू रिपेयर्स मशीन्स। अगे आ गया वॉचमैन, वॉचमैन देखो उपर पे सब तो, वन हू कीप्स अ वॉच। क्लियर। ये हुण इस तरीके नाल तुसीं मैचिंग कर दो जां नंबरिंग कर लो। चलो नैक्सट देखते हैं। हाँ जी, यूज एनी ऑफ द प्रीफिक्सेस इन, अन और डिस टू मेक द ओपोजिट ऑफ। हाँ जी, हुण प्रीफिक्स तो पता ही है ना, प्रीफिक्स की हुंदे आ? प्रीफिक्स हुंदे आ अगेतर, है ना। A prefix is a letter or group of letters added to the beginning of a word to change its meaning, as rearrange, dishonest, illiterate, etc. कहता कि prefix एक letter ਜਾਂ letters ਦਾ ਇੱਕ group ਹੁੰਦਾ ਜਿਹੜਾ ਕਿ ਕਿਸੇ word ਦੀ ਸ਼ੁਰੂ ਦੇ ਵਿੱਚ ਐਡ ਕੀਤਾ ਜਾਂਦਾ, ਠੀਕ ਹੈ, ਤੇ ਜਿਹਦੇ ਨਾਲ ਉਹਦਾ meaning change ਹੋ ਜਾਂਦਾ, ਠੀਕ ਹੈ, ਤੇ ਉਹਦਾ opposite ਹੋ ਜਾਂਦਾ ਉਹ। We use some prefixes to form opposites as inefficient, unwise, disconnect, irregular। ठीक है, तो कई जो आप प्रीफिक्स यूज़ करते हैं तो ਉਹਦੇ ਨਾਲ ਉਹਦਾ मीनिंग भी opposite हो ਜਾਂਦਾ, ਉਹਦਾ उल्ट शब्द बन ਜਾਂਦਾ ਉਹ। ठीक है, ਇਹਨਾਂ ਨੇ ਉੱਪਰ ਆਪਾਂ ਨੂੰ ਦਿੱਤੇ ਆ in, un ਤੇ dis, ਉਹਨਾਂ ਨੂੰ ਲਗਾ ਕੇ ਆਪਾਂ ਨੀਚੇ ਵਾਲੇ ਜਿਹੜੇ ਸਾਰੇ ਆ ਉਹ चेंज करने, प्रीफिक्स लगाने, देखना भी कित्थे किहड़ा सही तरीके नाल लग सकदा। हाँ जी, हुण सब तो पहला की सी रियल, रियल दे विच की लग सकदा? इहदा की आ जाएगा? रियल दा इहदा आ जाएगा अनरियल। ठीक है, अगे आ गया ईजी, इहदा की है ना? अनईजी। नैक्सट इज एक्टिव दा, एक्टिव दा तुसीं लिख दो इनएक्टिव। ठीक है, अगे आ गया नंबर 4 रिस्पैक्ट का, यदा आ गया डिसरिस्पैक्ट। चलो नैक्सट हैगा ओबे, यदा आ गया डिसओबे, है ना। नैक्सट की है सर्टेन, यदा हैगा अनसर्टेन। अगे आ गया ह्यूमन, यदा हैगा इनह्यूमन। अगे आ गया डू, यदा आ गया अनडू। ठीक है, नैक्सट देखो ओनर दा डिसओनर। हाँ जी, नैक्सट करैक्ट दा इनकरैक्ट। हाँ जी, डिफरेंट इनडिफरेंट, ते पैक दा अनपैक। ठीक है, ਜਿਹੜੇ ਆਪਾਂ ਨੂੰ ਉੱਤੇ ਦਿੱਤੇ ਸੀ ਨਾ वर्ड्स, बस ਉਹ ਇਹਦੇ ਅੱਗੇ ਲਗਾ ਦੇਣੇ ਆ ਤੇ ਇਹਦੇ ਨਾਲ ਇਹਦਾ opposite चेंज हो जाना, है ना। हाँ जी, ਹੁਣ ਨੈਕਸਟ ਆ ਗਿਆ यूज द correct form of the given words to fill in the blanks। हाँ जी, स्टार्टिंग ਦੇ ਉੱਤੇ words ਦਿੱਤੇ ਹੋਇਆ ਤੇ ਅੱਗੇ ਫਿਲਅਪਸ ਦਿੱਤੀਆਂ ਹੋਈਆਂ ਤੇ ਇਸ वर्ड ਨੂੰ यूज़ करके सही फॉर्म ਕਿਹੜੀ ਆ ਉਹਦੀ ਉਹ ਆਪਾਂ ਦੇਖਣੀ ਆ। ਹੁਣ ਸਭ ਤੋਂ ਪਹਿਲਾਂ ਕੀ ਆ? ਦਿਸ ਬੁੱਕ ਹੈਜ਼ ਮੈਨੀ ਡੈਸ਼ ਸਟੋਰੀਜ਼। ਇਹ 'ਚ ਕੀ ਆ ਸਕਦਾ? ਇੰਟਰਸਟ यूज़ करना। ਆਪਾਂ ਇੱਥੇ ਕੀ ਬਣਾ ਸਕਦੇ ਆ? ਇੰਟਰਸਟਿੰਗ। ਠੀਕ ਹੈ, ਇੰਟਰਸਟ ਤੋਂ ਕੀ ਬਣ ਗਿਆ? ਇੰਟਰਸਟਿੰਗ। ਇੱਥੇ ਲਿਖ ਦਿਓ ਤੁਸੀਂ ਇੰਟਰਸਟਿੰਗ। ਅੱਗੇ ਆ ਗਿਆ ਰੀਅਲ। हाँ जी, आई एम नॉट डैश सैटिस्फाइड विद योर वर्क। इत्थे की आ गया? रियली। आई एम नॉट रियली सैटिस्फाइड, है ना। अगे आ गया शेम, यू शुड बी डैश ऑफ योर बिहेवियर। इत्थे की होगा? अशेम्ड। ठीक है, अशेम्ड। अगे आई सॉ टू डैश स्टैंडिंग आउटसाइड द हाउस। इत्थे की आ गया? स्ट्रेंजर्स, है ना, टू स्ट्रेंजर्स। अगे एक्सप्लेन, यू विल हैव टू गिव एन एक्सप्लेनेशन। ठीक है, एक्सप्लेन तो की बन गया? एक्सप्लेनेशन। यू विल हैव टू गिव एन एक्सप्लेनेशन ऑफ योर एबसेंस। हाँ जी, अगे आ गया 6 नंबर ते डिफरेंट। वट इज़ द डैश बिटवीन मैन एंड एन एनिमल। इत्थे की आ गया? डिफरेंस। ठीक है,
ਇਹਦੇ 'ਚ ਆ ਜਾਏਗਾ डिफरेंस। हाँ जी, नैक्सट आ गया हुण ग्रामर इन यूज़। कंप्लीट द फॉलोइंग रूल्स फॉर द यूज़ ऑफ आर्टिकल्स यूजिंग करैक्ट वर्ड्स फ्रॉम द बॉक्स। हुण देखो उपर लिखिया होया भी नीचे बॉक्स दे विचों तुसीं मैच इहदे नाल देखना फस्ट 3 कि इहदे नाल किहड़ा सही मैच हुंदा है ना। वी यूज़ अ विद, हुण ए आपां किहदे नाल यूज़ करनी आ, इत्थे देखो लिखिया ए यूज़ हुंदी आ कॉन्सोनेंट साउंड नाल। ठीक है, कॉन्सोनेंट साउंड किन्ने हुंदे आ 21 है ना। अगे आ गया वी यूज़ एन विद, ते एन आपां किहदे नाल यूज़ करदे आ वोवल साउंड। किन्ने हुंदे वोवल टोटल 5। हाँ जी, अगे आ गया वी यूज़ द विद, हुण द किहदे नाल यूज़ हुंदा इहदे नाल अ पर्टिकुलर पर्सन प्लेस और थिंग, किसी खास व्यक्ति जगह या चीज़ दे लई। हाँ जी, हुण हैगा नंबर 2 फिल इन द ब्लैंक्स विद सूटेबल आर्टिकल्स। हुण आपां इहदे च आर्टिकल यूज़ करने आ, ठीक है, जां ए जां एन या द, इन्हां चों जिहड़ा भी सही किते आ सकदा ਉਹ देखना आपां। नंबर 1 देखो की है फर्स्ट फिलअप है डैश पुलिस हैव बीन लुकिंग फॉर डैश 8-year-old बॉय हु ट्राइड टू रॉब डैश स्वीट शॉप विद डैश गन। हाँ जी, हुण स्टार्टिंग ते की आएगा द पुलिस। ठीक है, स्टार्टिंग ते की लिख दो द पुलिस। उस तो बाद देखो डैश 8-year-old, ਇਹਦੇ ਵਿੱਚ ਕੀ ਲਿਖੋ एन 8-year-old। ठीक है, इत्थे एन पा दो। अगे आ गया डैश स्वीट शॉप, इत्थे की आ गया अ स्वीट शॉप है ना अ। उस तो बाद देखो डैश गन अ गन। ठीक है, चलो नेक्स्ट आ गया द बॉय थ्रू डैश कैरियर बैग एट डैश शॉपकीपर एंड आस्क्ड हिम टू फिल इट अप। हाँ जी, हुण इहदे च की होगा द बॉय थ्रू अ कैरियर बैग, उस तो बाद डैश शॉपकीपर द शॉपकीपर। ठीक है, एंड आस्क्ड हिम टू फिल इट अप। ठीक है, उस तो बाद देखो आई डू नॉट नो, आई डोंट नो whether he wanted me to fill dash bag, fill the bag with sweets or money, said the shopkeeper to dash police, to the police. I am not sure if the gun was real or not, but I don't think it was a toy gun। ठीक है, ਇਹ ਵਾਲੇ ਆਰਟੀਕਲਸ ਇਸ ਤਰੀਕੇ ਨਾਲ ਇਹਨਾਂ 'ਚ यूज़ होंगे। हाँ जी, नेक्स्ट हैगा पार्ट 3 कंप्लीट ईच सेंटेंस सो दैट इट मीनस द सेम एज द वन अबव इट। हाँ जी, हुण कहते कि नीचे ਜਿਹੜੇ भी नंबर 1 ਤੇ ਲਿਖਿਆ ਹੋਇਆ ਵੀ ਉਹਦਾ मीनिंग सेम ਤੁਸੀਂ दूसरे सेंटेंस ਨੂੰ ਵੀ ਉਸੇ ਤਰੀਕੇ ਨਾਲ ਹੀ ਬਣਾਉਣਾ ਕਿ ਉਹਦਾ मीनिंग ਉਹੀ ਰਵੇ जो फर्स्ट नंबर ਦਾ ਆ। ठीक है, इस तरीके ਨਾਲ ਉਹਨੂੰ ਆਪਾਂ चेंज करना है। जिस तरह लिखा हुआ हूज दैट मैन डैडी आस्क्ड, डैडी ने पूछा भी ओ आदमी कौन है। हुण इहनूं आपां की लिखांगे इत्थे डैडी आस्क्ड हू तो बाद की लिखांगे दैट मैन वॉज। ठीक है, इत्थे आ जाना दैट मैन वॉज, भी डैडी ने पूछा सी कि ओ आदमी कौन है। ठीक है, इहदा मीनिंग फिर भी उही रहा ना जो फर्स्ट नंबर ते लिखिया, सेम उही रहा, बस तुसीं इत्थे लिख देना दैट मैन वॉज। नंबर 2 वट आर यू डूइंग ही आस्क्ड डैडी। हाँ जी, हुण इत्थे की होगा ही आस्क्ड डैडी वट ही वॉज डूइंग। ठीक है, इत्थे तुसीं लिख देना ही वॉज डूइंग, बाकी तो लिखे ही होया। अगे आ जाओ नंबर 3 डैडी सैड आई वॉन्ट टू बी एन आइसक्रीम मैन। हुण इहदा की लिखोगे डैडी सैड दैट ही तो लिखे होया, तुसीं की लिख दोगे वॉन्टेड टू बी एन आइसक्रीम मैन। ठीक है, वॉन्टेड टू बी एन आइसक्रीम मैन। अगे नंबर 4 डैडी सैड देयर इज़ नथिंग टू डू एट नाइट, डैडी सैड दैट देयर। हुण देयर तो बाद तुसीं की लिखना वॉज नथिंग टू डू एट नाइट। ठीक है, वॉज नथिंग टू डू एट नाइट। हाँ जी, नंबर 5 आई हैव बीन अ मैन फॉर अ लॉन्ग टाइम सैड डैडी। हाँ जी, हुण इच की लिखोगे डैडी सैड दैट ही। हाँ जी, ही तो बाद की लिखोगे हैड बीन मैन फॉर अ लॉन्ग टाइम। ठीक है, हाँ जी, नेक्स्ट देखते हैं
डोंट यू वॉन्ट टू बी अ मैन, द सेज आस्क्ड डैडी। हाँ जी, द सेज आस्क्ड डैडी इफ, हाँ जी हुण इत्थे की होना इफ तो बाद ही डिड नॉट वॉन्ट टू बी अ मैन, ठीक है, ही डिड नॉट वॉन्ट टू बी अ मैन, ये इत्थे लिख दो तुसीं, क्लियर। चलो अगे देखिए, हाँ जी नेक्स्ट हैगा पंक्चुएट द फॉलोइंग यूजिंग कैपिटल लैटर्स वेयर नैसेसरी। हाँ जी हुण इत्थे पंक्चुएशन करनी आपां, है ना, विश्राम चिन्ह हुंदे ना वो लगाने आ, कैपिटल लैटर्स जिथे जरूरत आ उत्थे कैपिटल लैटर्स भी लगाओ, जिथे होर साइन जिहड़े चाहिए होंदे हैं ना जिथे जरूरत है वो भी लगाओ। हाँ जी इहनूं किस तरह चेंज करना, हुण नंबर 1 नूं किस तरह चेंज करना वो देख लो। सब तो पहलां तां सारियां दे उपर ही तुसीं की करना, हरेक दा फस्ट लैटर तां हरेक दा ही कैपिटल हो जाऊगा, है ना। स्टार्टिंग दा पहला लैटर जिहड़ा हुंदा वो हमेशा की हुंदा कैपिटल हुंदा, ये चीज़ कर लैनी आ। उस तो बाद नैक्सट चीज़ की, जिथे एक सेंटेंस खत्म हुंदा, ठीक है, उत्थे की आंदा हुंदा फुल स्टॉप, ठीक है। बट जे वो क्वेश्चन सेंस च हैगा, क्वेश्चन पूछा गया तो लास्ट दे विच क्वेश्चन मार्क आउंदा हुंदा, है ना। दूजी चीज़ हो गई। तीसरी चीज़ ये आ कि जे इत्थे जिहड़े किसी दे कहे होए वर्ड्स हुंदे आ सेंटेंस दे विच, है ना, उहनूं आपां काहदे च लिखदे हुंदे आ, इनवर्टेड कॉमास दे विच, क्लीयर। उहनूं स्टार्टिंग ते कॉमा उपर हुंदे ना 2 ते जिथे वो खत्म हुंदी गल किसी दी उत्थे भी उपर 2, ठीक है, इनवर्टेड कॉमा च उहनूं लिखिया जांदा आ, ठीक है, वो लिख दो। ते नाल होर च की हो सकदा, जिथे हाँ शॉर्ट फॉर्म है इत्थे दित्ती हुई, जिस तरह सैकेंड नंबर ते आरंट लिखा हुआ ना, आर नोट दी शॉर्ट फॉर्म दित्ती हुई आ, इत्थे भी आर दी ए दी पहला कैपिटल कर दो, है ना, फिर उस तो बाद एन दे उपर कॉमा पा देना, है ना, आरंट बन जाना है। इस तरह जिहड़ी शॉर्ट फॉर्म है ये भी कॉमा पाउणा विच, जां जिथे लिखे हुआ है 4 नंबर ते डैडीज़, है ना, इत्थे हुण इत्थे डैडी दा जिहड़ा डी है वो भी कैपिटल आना, है ना, वो भी कैपिटल च लिखोगे तुसीं, ठीक है। जे कोई विच नाम आ जांदा किसी दा वो भी कैपिटल च ही आएगा, उहनूं फस्ट लैटर नूं कैपिटल कर दो, ठीक है। इस तरीके नाल ये सारे तुहानूं जिहड़े हैगे सेंटेंस दित्ते होए आ जिहदी तुसीं पंक्चुएशन करनी आ, ठीक है। ये जिहड़े पंक्चुएशन दे रूल्स आ जिहड़े मैं तुहानूं हुणे दस्से आ, बस उहनां नूं फॉलो करके इहनूं तुसीं कंप्लीट करना, ठीक है। चलो नैक्सट देखो, चलो एक बारी मैं फस्ट दस ही दिनी तुहानूं नंबर 1 ते, जिस तरह लिखा होया हुज इज़ दैट मैन डैडी आस्क्ड, ठीक है। तो हुण चलो डैडी ने पूछा सी ना भी ये आदमी कौन है, इहनूं आपां किस तरह चेंज करते हैं। सब तो पहलां तुसीं की करना, इनवर्टेड कॉमास स्टार्ट कर लो, क्योंकि ये व्हाट्स द दैट मैन ये डैडी ने गल कही सी, है ना, पूछा सी उन्होंने, तो इसलिए शुरू च इनवर्टेड कॉमा स्टार्ट कर लो। उस तो बाद डबल्यू की कर दो कैपिटल कर दो, है ना, तो उस तो बाद हू लिख के इज़, ठीक है, हू इज़ दैट मैन, ठीक है। इत्थे लिखना हू इज़ दैट मैन, उस तो बाद फिर की क्वेश्चन सी ना पूछा सी ना उन्हें गल, पिछे क्वेश्चन मार्क पा दो, तो फिर उस तो बाद इनवर्टेड कॉमा क्लोज हो गए, ऊपर बंद हो गए। उस तो बाद डैडी दी डी कैपिटल हो गई, है ना, डैडी आस्क्ड, आस्क तो बाद फुल स्टॉप, ठीक है। इस तरीके नाल ही फस्ट सेंटेंस जिहड़ा वो कंप्लीट होया, तो इसी तरीके नाल तुसीं बाकी दे भी पंक्चुएशन जिहड़ी इहदी ये करनी है, ठीक है। हाँ जी नैक्सट इज़ प्रोनंसीएशन प्रैक्टिस। से द फॉलोइंग वर्ड्स अलाउड। हुण आ जिहड़े वर्ड्स दिते होए आ, ठीक है, इन्हां दे आपां बोल के मतलब प्रैक्टिस करनी आ, ठीक है। फर्स्ट लाइन देखो, वट, वैन, वाइट, विच, वेयर, है ना। तो नंबर 2 वाली लाइन देखो, रिस्ट, राइट, रॉन्ग, रेंच, रेसलर, ठीक है, इहदे च की सी डब्ल्यू साइलेंट सी। नंबर 3 वाली लाइन देखो, सेज, सिप, सन, सीट, सॉफ्ट। अगे आ गई नंबर 4, शिप, शॉप, शू, शीप, शीट, ठीक है। नेक्स्ट देखो, चिन, चॉप, चाट, चीप, चैक, ठीक है। ये सिर्फ तुसी बोलन की प्रैक्टिस करनी है, इन्हां सारिਆਂ ਨੂੰ बोल के देखना, ठीक है। चलो जी नैक्सट आ गया कंपोजिशन राइटिंग, ठीक है। नंबर 1, what do you want to be in your life when you grow up। कहता कि तुसी जदों बड़े हो गए तो तुसी अपनी लाइफ च की बनना चाहुंदे आ, ठीक है। राइट अ शॉर्ट पैराग्राफ ऑन इट गिविंग योर रीजनस। तो तुसी एक छोटा जिहा पैराग्राफ लिखो इसी चीज़ ते, ठीक है। तो तुसी एक नाले भी दस्सिओ भी उहदे कारण भी दस्सिओ, रीजन भी देने आ भी क्यों बनना चाहुंदे आ, ठीक है। हाँ जी नैक्सट हैगा नंबर 2,
ਰਾਈਟ ਅ ਫਿਊ ਵਰਡਸ ਆਫ ਐਡਵਾਈਸ ਫॉर योर ਯੰਗਰ ਬ੍ਰਦਰ ਔਰ ਸਿਸਟਰ ਐਜ਼। ਕਹਿੰਦਾ ਕਿ ਤੁਸੀਂ ਆਪਣੇ ਛੋਟੇ ਭੈਣ ਜਾਂ ਭਰਾ ਨੂੰ ਐਡਵਾਈਸ ਦੇਣੀ, ਕਿਸੇ ਚੀਜ਼ ਦੀ ਸਲਾਹ ਦੇਣੀ ਆ, ਹੈ ਨਾ, ਵੀ ਇਸ ਤਰ੍ਹਾਂ ਉਹ ਕਰੇ, ਉਹਨੂੰ ਆਹ ਕੰਮ ਕਰਨਾ ਚਾਹੀਦਾ, ਸਿੱਖਣਾ ਚਾਹੀਦਾ। ਤੇ ਕਿਸ ਤਰੀਕੇ ਨਾਲ, ਇੱਕ ਨੰਬਰ 1 ਤੇ ਇਹਨਾਂ ਨੇ ਤੁਹਾਨੂੰ ਦੱਸਿਆ ਹੋਇਆ, ਯੂ ਸ਼ੁੱਡ ਲਰਨ ਟੂ ਬੀ ਅ ਗੁੱਡ ਹਿਊਮਨ ਬੀਇੰਗ। ਤੁਹਾਨੂੰ ਇੱਕ ਵਧੀਆ ਮਨੁੱਖ ਬਣਨਾ ਸਿੱਖਣਾ ਚਾਹੀਦਾ, ਹੈ ਨਾ। ਤੇ ਇਸੇ ਤਰ੍ਹਾਂ ਤੁਸੀਂ ਕੁਛ ਹੋਰ ਵਰਡਸ ਆਪਣੇ ਵੱਲੋਂ ਆਪਣੇ ਬ੍ਰਦਰ ਸਿਸਟਰ ਨੂੰ ਕਈ ਵਾਰੀ ਦੱਸਦੇ ਆ ਨਾ ਆਪਾਂ, ਵੀ ਤੂੰ ਆਹ ਕੰਮ ਇੱਦਾਂ ਕਰਿਆ ਕਰ, ਤੂੰ ਇਸ ਤਰ੍ਹਾਂ ਕਰ, ਮਤਲਬ ਕੁਛ ਵੀ ਐਡਵਾਈਸ ਦੇ ਲਈ ਉਹਨੂੰ ਦੱਸ ਸਕਦੇ ਹਾਂ, ਹੈ ਨਾ। ਜਿਸ ਤਰ੍ਹਾਂ ਯੂ ਸ਼ੁੱਡ ਵਰਕ ਹਾਰਡ, ਹੈ ਨਾ, ਜਾਂ ਯੂ ਸ਼ੁੱਡ ਬੀ ਕਾਇੰਡ, ਹੈ ਨਾ, ਯੂ ਸ਼ੁੱਡ ਬੀ ਸਿੰਸੀਅਰ, ਹੈ ਨਾ। ਇਸ ਤਰੀਕੇ ਦੇ ਨਾਲ ਜੋ ਵੀ ਤੁਸੀਂ ਇੱਕ ਦੋ ਆਪਣੇ ਛੋਟੇ ਬ੍ਰਦਰ ਸਿਸਟਰ ਨੂੰ ਐਡਵਾਈਸ ਦੇ ਸਕਦੇ ਆ, ਉਹ ਲਿਖ ਦਿਓ, ਸੈਂਟੈਂਸਿਸ ਇੱਥੇ ਕੰਪਲੀਟ ਕਰ ਦਿਓ ਲਿਖ ਕੇ ਉਹਨੂੰ, ਠੀਕ ਹੈ। ਇਹ ਸੀ ਤੁਹਾਡੀ ਲਾਸਟ ਐਕਸਰਸਾਈਜ਼, ਹੈ ਨਾ, ਕੰਪੋਜੀਸ਼ਨ ਰਾਈਟਿੰਗ ਦੀ। ਤੇ ਹੁਣ ਜਿਸ ਤਰ੍ਹਾਂ ਤੁਹਾਨੂੰ ਮੈਂ ਸਾਰਾ ਦੱਸਿਆ ਇਹ ਵੀ ਇਹਨੂੰ ਕਿਸ ਤਰੀਕੇ ਨਾਲ ਕਰਨਾ ਆਪਾਂ, ਹੈ ਨਾ, ਤੇ ਇਹਨੂੰ ਕੰਪਲੀਟ ਕਰ ਲਓ ਐਕਸਰਸਾਈਜ਼ ਨੂੰ ਵੀ। ਚੈਪਟਰ ਨੂੰ ਪਹਿਲਾਂ ਧਿਆਨ ਨਾਲ ਰੀਡ ਕਰ ਲਓ, ਉਸ ਤੋਂ ਬਾਅਦ ਇਹਦੀਆਂ ਐਕਸਰਸਾਈਜ਼ ਜਿਹੜੀਆਂ ਉਹ ਚੰਗੀ ਤਰ੍ਹਾਂ ਕੰਪਲੀਟ ਕਰ ਲਓ। ਤੇ ਜਿਹੜੇ ਬੱਚਿਆਂ ਨੇ ਫਸਟ 2 ਚੈਪਟਰਸ ਤੇ ਪੋਇਮ ਦੀ ਵੀਡੀਓ ਨਹੀਂ ਦੇਖੀ ਅਜੇ ਤੱਕ, ਤੇ ਉਹ ਪਹਿਲਾਂ ਉਹ ਵਾਲੀਆਂ ਦੇਖੋ, ਪਹਿਲਾਂ ਉਹਨੂੰ ਕੰਪਲੀਟ ਕਰੋ, ਸਿਲੇਬਸ ਦੇ ਅਕੋਰਡਿੰਗ ਚੱਲੋ, ਹੈ ਨਾ। ਪਹਿਲਾਂ ਪਿਛਲੀਆਂ ਦੇਖੋ, ਫਿਰ ਉਹਦੀ ਐਕਸਰਸਾਈਜ਼ ਵਗੈਰਾ ਕੰਪਲੀਟ ਕਰੋ, ਉਸ ਤੋਂ ਬਾਅਦ ਨੈਕਸਟ ਚੈਪਟਰ ਜਿਹੜਾ ਉਹ ਦੇਖੋ, ਹੈ ਨਾ। ਇਸ ਤਰੀਕੇ ਨਾਲ ਤੁਸੀਂ ਸੀਕੁਐਂਸ ਵਾਈਜ਼ ਆਪਣਾ ਕੰਮ ਜਿਹੜਾ ਉਹ ਨਾਲ ਨਾਲ ਕੰਪਲੀਟ ਕਰ ਲਓ, ਠੀਕ ਹੈ। ਤੇ ਜੇ ਤੁਹਾਨੂੰ ਵਧੀਆ ਲੱਗੇ ਵੀਡੀਓ ਤਾਂ ਚੈਨਲ ਸਬਸਕ੍ਰਾਈਬ ਕਰ ਲਓ, ਤੇ ਜਿਹੜਾ ਬੈਲ ਆਈਕਨ ਹੁੰਦਾ ਉੱਤੇ ਉਹਨੂੰ ਵੀ ਪ੍ਰੈਸ ਕਰ ਦਿਓ, ਤਾਂ ਕਿ ਤੁਹਾਨੂੰ ਜਿਹੜਾ ਕੋਈ ਵੀ ਨੋਟੀਫਿਕੇਸ਼ਨ ਆ, ਜਦੋਂ ਵੀ ਕੋਈ ਨਿਊ ਵੀਡੀਓ ਅਪਲੋਡ ਹੁੰਦੀ ਆ, ਤੁਹਾਡੇ ਤੱਕ ਉਹ ਪਹੁੰਚ ਜਾਏ, ਠੀਕ ਹੈ, ਤੇ ਤੁਸੀਂ ਉਹਨੂੰ ਦੇਖ ਸਕੋ, ਠੀਕ ਹੈ। ਓਕੇ ਬੇਟਾ, ਆਲ ਦਾ ਵੈਰੀ ਬੈਸਟ, ਗੋਡ ਬਲੈਸ ਯੂ, ਥੈਂਕ ਯੂ।